ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਚੰਦੂ ਪੀਛੇ ਗੁਰ ਕਹੀ, ਸਭ ਮਾਲਾ ਇਸ ਪਾਸ। ਕਿਤਕ ਬਰਖ ਬੀਤੇ ਬਹਰ, ਅਬ ਹੈ ਕਹਿ ਨ ਆਵਾਸ। ਚੰਦੂ ਪੀਛੇ ਗੁਰ ਕਹੀ, ਸਭ ਮਾਲਾ ਇਸ ਪਾਸ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ 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 ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜਿਤਨੀ ਵੀ ਸੰਗਤ ਸਤਿਗੁਰੂ ਜੀ ਦੇ ਹਜ਼ੂਰ ਹਾਜ਼ਰ ਨਾਜ਼ਰ ਬੈਠੇ ਹੋ, ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ, ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ। ਪਿਆਰ ਦੇ ਨਾਲ ਗੱਜ ਕੇ ਸਾਰੇ ਕਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ। ਸੂਰਮੇ ਸਤਿਗੁਰੂ ਜੋਧੇ ਸਤਿਗੁਰੂ, ਮੇਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮੇ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸੰਗਤ ਜੀ, ਆਪ ਜੀ ਨੇ ਹੁਣ ਤੱਕ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਬਾਦਸ਼ਾਹ ਦੇ ਕੋਲ ਆ ਕੇ ਉਸ ਦੇ ਮਹਿਲ ਵਿੱਚ ਬੈਠੇ ਹਨ। ਬਾਦਸ਼ਾਹ ਨੇ ਬਹੁਤ ਸੋਹਣਾ ਆਸਣ ਲਾ ਕੇ ਗੁਰੂ ਸਾਹਿਬ ਜੀ ਨੂੰ ਬਿਠਾਇਆ। ਸਾਰਿਆਂ ਦੇ ਵੇਖਦਿਆਂ ਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਬਚਨ ਕੀਤਾ, ਬਾਦਸ਼ਾਹ, ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਘਰ ਹੈ, ਇਹ ਸ਼ੀਸ਼ੇ ਦੀ ਨਿਆਈ ਹੈ। ਜਿਹੋ ਜਿਹਾ ਕੋਈ ਮੁੱਖ ਲੈ ਕੇ ਆਏਗਾ, ਸ਼ੀਸ਼ਾ ਉਹੋ ਜਿਹਾ ਹੀ ਮੁੱਖ ਵਿਖਾਏਗਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਉੱਤੇ ਜਿਹੋ ਜਿਹੀ ਕੋਈ ਭਾਵਨਾ ਰੱਖਦਾ ਹੈ, ਦੋਵਾਂ ਲੋਕਾਂ ਦੇ ਵਿੱਚ ਉਹੋ ਜਿਹੇ ਕਰਮਾਂ ਦਾ ਉਹਨੂੰ ਫਲ ਮਿਲਦਾ ਹੈ। ਇਹ ਗੱਲ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬੈਠੇ ਆ। ਗੁਰੂ ਸਾਹਿਬ ਹੱਥ ਕਦੀ ਉੱਪਰ ਕਰ ਲੈਂਦੇ ਆ, ਕਦੀ ਗੋਡੇ ਤੇ ਰੱਖ ਲੈਂਦੇ ਆ। ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਦੇ ਹੱਥ ਵਿੱਚ ਬਹੁਤ ਸੋਹਣੀ ਇੱਕ ਮਾਲਾ ਸੀਗੀ ਜੀ। ਮਹਾਰਾਜ ਨੇ ਉਸ ਮਾਲਾ ਨੂੰ ਵਿਖਾ ਕੇ ਬਾਦਸ਼ਾਹ ਦਾ ਮਨ ਫੇਰ ਦਿੱਤਾ ਜੀ। ਬਾਦਸ਼ਾਹ ਨੇ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ, ਇਹ ਜਿਹੜੀ ਮਾਲਾ ਹੈ ਬਹੁਤ ਸੋਹਣੀ ਹੈ। ਕਿਸੇ ਸਿੱਖ ਨੇ ਬਾਹਰਲੇ ਦੇਸ਼ ਵਿੱਚੋਂ ਲਿਆ ਕੇ ਦਿੱਤੀ ਹੈ? ਮਹਾਰਾਜ ਕਹਿੰਦੇ ਹਾਂ। ਬਾਦਸ਼ਾਹ ਕਹਿੰਦਾ, ਮਹਾਰਾਜ, ਇਹਦਾ ਇੱਕ ਮਣਕਾ ਹੀ ਮੈਨੂੰ ਮਿਲ ਜਾਵੇ, ਮੇਰਾ ਬੜਾ ਭਲਾ ਹੋਏਗਾ। ਤੁਹਾਡੀ ਮਾਲਾ ਦਾ ਮਣਕਾ ਮੈਂ ਆਪਣੇ ਕੋਲ ਰੱਖਾਂਗਾ। ਇੱਕ ਤੇ ਤੁਹਾਡੀ ਯਾਦ ਆਏਗੀ, ਦੂਜਾ ਮੈਨੂੰ ਡਰ ਨਹੀਂ ਲੱਗੇਗਾ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਕਹਿਣ ਲੱਗੇ, ਬਾਦਸ਼ਾਹ, ਇੱਕ ਮਣਕੇ ਦੀ ਕਾਹਦੀ ਗੱਲ ਹੈ? ਤੁਸੀਂ ਲੈਣਾ ਤੇ ਸਾਰੀ ਮਾਲਾ ਹੀ ਲਓ। ਕਹਿਣ ਲੱਗੇ। ਕਹਿੰਦਾ, ਮਹਾਰਾਜ, ਉਹ ਕਿਵੇਂ? ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ, ਹੂ ਬਹੂ ਇਹਦੇ ਨਾਲ ਦੀ ਮਾਲਾ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਗਲ ਵਿੱਚ ਸੀ। ਕਹਿਣ ਲੱਗੇ, ਉਸ ਮਾਲਾ, ਉਹ ਜਿਹੜੀ ਮਾਲਾ ਹੈ, ਉਹ ਚੰਦੂ ਦੇ ਘਰ ਵਿੱਚ ਹੈਗੀ ਹੈ। ਚੰਦੂ ਕੋਲੋਂ ਮਾਲਾ ਮੰਗਵਾ ਲਓ। ਬਾਦਸ਼ਾਹ ਨੇ ਚੰਦੂ ਨੂੰ ਸੱਦਿਆ। ਬੜਾ ਡਰਿਆ ਹੋਇਆ ਆ ਜੀ। ਪਹਿਲੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਹੋਇਆ ਚੰਦੂ ਜੀ,
ਤੇ ਸਨਮੁਖ ਹੋ ਕੇ ਸਾਧ ਸੰਗਤ ਦੀ ਬਾਦਸ਼ਾਹ ਨੇ ਮੱਥਾ ਟੇਕਿਆ ਜਹਾਂਗੀਰ। ਵਾਹਿਗੁਰੂ ਚੰਦੂ ਨੇ ਜਹਾਂਗੀਰ ਨੂੰ ਮੱਥਾ ਟੇਕਿਆ। ਜਹਾਂਗੀਰ ਕਹਿੰਦਾ ਮੈਨੂੰ ਉਹ ਮਾਲੇ ਦਾ ਇੱਕ ਮਣਕਾ ਹੀ ਲਿਆ ਦੇ। ਉਹ ਕਹਿੰਦਾ ਜੀ ਇਹਦੇ ਤੋਂ ਵੀ ਵਧੀਆ ਮਾਲਾ ਤੁਹਾਨੂੰ ਮੈਂ ਦੇ ਦਿੰਦਾ। ਬਾਦਸ਼ਾਹ ਕਹਿੰਦਾ ਨਹੀਂ, ਉਸੇ ਮਾਲਾ ਦਾ ਹੀ। ਦੇਵਨੇਤ ਰੱਬ ਦੀ ਖੇਡ, ਗੱਜ ਕੇ ਆਖੋ ਵਾਹਿਗੁਰੂ। ਚੰਦੂ ਘਰ ਆਇਆ। ਘਰ ਆ ਕੇ ਆਪਣੇ ਨੌਕਰ ਨੂੰ ਕਹਿੰਦਾ ਵੀ ਖਜ਼ਾਨੇ ਚੋਂ ਮਾਲਾ ਕੱਢ ਕੇ ਲੈ ਕੇ ਆ। ਮਾਲਾ ਬਹੁਤ ਕੀਮਤੀ ਹੈ ਜੀ। ਉਹਦਾ ਇੱਕ ਇੱਕ ਮੋਤੀ ਬੜਾ ਮਹਿੰਗਾ ਸੀਗਾ ਜੀ। ਪਰ ਕੁਦਰਤੀ ਉਹਦਾ ਵਿਚਲਾ ਧਾਗਾ ਚੂਹਾ ਕੁਤਰ ਗਿਆ ਤੇ ਕੱਚ ਜਿਹੜਾ ਸੀ ਉਹ ਸਾਰਾ ਟੁੱਟ ਗਿਆ ਜੀ। ਮਾਲਾ ਟੁੱਟ ਗਈ ਜੀ। ਚੰਦੂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜੀ ਵੀ ਓਏ ਹੁਣ ਮੇਰੇ ਨਾਲ ਕੀ ਬਣਿਆ। ਦੂਸਰੇ ਪਾਸੇ ਉਹਨੇ ਆਪਣੇ ਨੌਕਰ ਸੱਦੇ, ਉਹਨਾਂ ਨੂੰ ਦਿੱਲੀ ਦੇ ਬਾਜ਼ਾਰਾਂ ਵਿੱਚ ਭੇਜਿਆ ਵੀ ਵਧੀਆ ਤੋਂ ਵਧੀਆ ਮਾਲਾ ਲੈ ਕੇ ਆਓ। ਉਹ ਵਧੀਆ ਤੋਂ ਵਧੀਆ ਮਾਲਾ ਮੋਤੀ ਲੈ ਕੇ ਆਏ ਆ, ਪਰ ਉਹੋ ਜਿਹੀ ਮਾਲਾ ਨਹੀਂ ਸੀ ਹੈਗੀ ਜੀ। ਚੰਦੂ ਫਸ ਗਿਆ। ਚੰਦੂ ਸੋਚਦਾ ਮੈਂ ਹੁਣ ਕੀ ਕਰਾਂ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਬੰਦਾ ਡਰਦਾ ਹੀ ਰਵੇ ਰੱਬ ਕੋਲੋਂ ਜੀ। ਅਸੀਂ ਬੜੇ ਪਾਪੀ ਹਾਂ, ਬੜੀਆਂ ਸਾਡੇ ਕੋਲੋਂ ਭੁੱਲਾਂ ਹੁੰਦੀਆਂ ਨੇ ਜੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪਤਾ ਨਹੀਂ ਅਸੀਂ ਕਿੰਨੀਆਂ ਕੁ ਭੁੱਲਾਂ ਕਰਦੇ ਹਾਂ ਜੀ। ਇੱਕ ਨਹੀਂ, ਬੜੀਆਂ ਹੀ ਭੁੱਲਾਂ ਹੁੰਦੀਆਂ ਨੇ। ਬੰਦਾ ਰੱਬ ਕੋਲੋਂ ਡਰਦਾ ਰਵੇ। ਉਹਦਾ ਕਾਰਨ ਇਹ ਹੈ, ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਕਿਹੜਾ ਪਾਪ ਬੰਦੇ ਦੇ ਅੱਗੇ ਆ ਜਾਂਦਾ ਹੈ ਜੀ। ਪਾਪ ਕਰਤੇ ਬੈਠਦਾ ਹੈ ਬੰਦਾ, ਪਰ ਜਦੋਂ ਫਲ ਸਾਹਮਣੇ ਆਉਂਦਾ ਨਾ ਫਿਰ ਬੰਦਾ ਦੁਖੀ ਹੁੰਦਾ ਹੈ ਜੀ। ਇਹਦੇ ਤੋਂ ਬਚਣ ਵਾਸਤੇ ਜਿੰਨੇ ਚੰਗੇ ਕਰਮ ਹੋਣ ਉਹ ਕਰਨੇ ਚਾਹੀਦੇ ਆ। ਆਖੋ ਵਾਹਿਗੁਰੂ। ਜਿੰਨੇ ਚੰਗੇ ਕਰਮ ਹੋਣ ਉਹ ਕਰਨੇ ਚਾਹੀਦੇ ਆ। ਹੁਣ ਚੰਦੂ ਫਸਣ ਲੱਗਾ ਹੈ ਜੀ। ਫਸਣ ਕੀ ਲੱਗਾ ਹੈ ਖਾਲਸਾ ਜੀਓ, ਚੰਦੂ ਫਸ ਹੀ ਗਿਆ ਹੈ ਜੀ। ਫਸ ਹੀ ਗਿਆ। ਸੋਚਦਾ ਹੈ ਵੀ ਹੁਣ ਮੇਰਾ ਕੀ ਬਣੇਗਾ। ਮੈਂ ਕਿਹੜਾ ਮੂੰਹ ਲੈ ਕੇ ਬਾਦਸ਼ਾਹ ਦੇ ਕੋਲ ਜਾਵਾਂ। ਤੇ ਚੰਦੂ ਕਾਫੀ ਸਮੇਂ ਤੋਂ ਆਇਆ ਹੀ ਨਹੀਂ ਹੈ। ਇਸ ਕਰਕੇ ਬਾਦਸ਼ਾਹ ਨੇ ਦੂਜੀ ਵਾਰੀ ਬੰਦੇ ਭੇਜੇ ਚੰਦੂ ਦੇ ਘਰ ਵੀ ਜਾਓ, ਉਹਨੂੰ ਕਹੋ ਵੀ ਮਾਲਾ ਲੈ ਕੇ ਆਵੇ। ਹੁਣ ਇਹਦੇ ਤੋਂ ਅੱਗੇ ਕਥਾ ਜਿਹੜੀ ਹੈ ਉਹ ਆਪ ਜੀ ਨੇ ਸੁਣਨੀ ਹੈ ਧਿਆਨ ਨਾਲ। ਔਰ ਇਹ ਕਥਾ ਸੁਣਦਿਆਂ ਇੱਕ ਗੱਲ ਇਹ ਵੀ ਚੇਤੇ ਰੱਖਣੀ ਹੈ, ਉਹ ਇਹ ਹੈ ਕੋਈ ਪਤਾ ਨਹੀਂ ਹੈ ਪਿਆਰਿਓ ਬੰਦੇ ਦਾ ਕਿਹੜਾ ਕਰਮ ਕਿਹੜੇ ਵੇਲੇ ਅੱਗੇ ਆ ਜਾਣਾ ਹੈ ਜੀ। ਹੁਣ ਅਸੀਂ ਦੁੱਧ ਨਾਤੇ ਤੇ ਹੈਗੇ ਨਹੀਂ ਜੀ। ਹਰ ਬੰਦਾ ਆਪਣੇ ਬਾਰੇ ਆਪ ਜਾਣਦਾ ਹੈ ਜੀ। ਮੇਰੇ ਖਿਆਲ ਨਾਲ ਆਪਣੇ ਬਾਰੇ ਜਾਣਨ ਵਾਸਤੇ ਕਿਸੇ ਕਥਾਵਾਚਕ ਗਿਆਨੀ ਧਿਆਨੀ ਵਿਦਵਾਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਜੀ। ਆਪਣੇ ਬਾਰੇ ਬੰਦਾ ਆਪ ਹੀ ਜਾਣਦਾ ਹੈ ਮੈਂ ਕੀ ਹੈਗਾ ਜੀ। ਮੈਂ ਕਿਹੜੇ ਗੁਪਤ ਪਾਪ ਕੀਤੇ ਹੈ, ਕਿਹੜੇ ਪ੍ਰਗਟ ਕੀਤੇ ਹੈ, ਔਰ ਕਿਹੜੇ ਕਿਹੜੇ ਚੰਗੇ ਕੰਮ ਕੀਤੇ ਹੈ, ਬੰਦਾ ਆਪ ਜਾਣਦਾ ਹੈ ਜੀ। ਤੇ ਉਹਨਾਂ ਕੰਮਾਂ ਨੂੰ ਚੇਤੇ ਕਰਕੇ ਤੇ ਬੰਦਾ ਸਤਿਗੁਰੂ ਜੀ ਦੇ ਕੋਲ ਅਰਦਾਸਾਂ ਹੀ ਕਰਦਾ ਰਵੇ, ਇਹੋ ਹੀ ਕਹਿੰਦਾ ਰਵੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ੀ ਲਓ ਜੀ। ਅਸੀਂ ਸਿੱਖ ਹਾਂ, ਨਾਮ ਤਰੀਕ ਸਿੱਖ ਹੀ ਸਹੀ ਜੀ। ਪਰ ਚੰਦੂ ਹੁਣ ਕਿਵੇਂ ਫਸਦਾ ਹੈ ਇਹ ਹੁਣ ਆਪਾਂ ਕਥਾ ਵਿੱਚ ਸਰਵਣ ਕਰਨਾ ਹੈ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਚੰਦੂ ਪੀਛੇ ਗੁਰ ਕਹੀ, ਸਭ ਮਾਲਾ ਇਸ ਪਾਸ। ਚੰਦੂ ਘਰ ਵਿੱਚ ਮਾਲਾ ਲੱਭ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਚੰਦੂ ਵਾਹਿਗੁਰੂ ਬਾਦਸ਼ਾਹ ਇਹ ਜਿੰਨੀਆਂ ਮਾਲਾ ਨੇ ਨਾ ਇਹੋ ਜਿਹੀਆਂ ਸਾਰੀਆਂ ਹੀ ਚੰਦੂ ਦੇ ਕੋਲ ਨੇ, ਕਿਉਂ ਮਹਾਰਾਜ ਕੋ ਮਾਲਾਵਾਂ ਸਨ। ਹਾਂਜੀ। ਕਿਤਕ ਬਰਖ ਬੀਤੇ ਬਹੁਰ, ਅਬ ਹਵੈ ਕਹਿ ਨਾ ਆਵਾਸ। ਕਈ ਸਾਲ ਬਤੀਤ ਗਏ ਆ, ਕਈ ਸਾਲ ਹੋ ਗਏ ਆ, ਕਿਉਂ ਨਹੀਂ ਮਾਲਾ ਉਹਦੇ ਕੋਲ ਹੋਏਗੀ। ਉਹਦੇ ਕੋਲ ਮਾਲਾ ਹੋਣੀ ਚਾਹੀਦੀ ਹੈ।
ਹਾਂਜੀ। ਚੌਪਈ ਤਿਸ ਮਾਲਾ ਕੋ ਮਣਕਾ ਆਵੈ। ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਇੱਕ ਵਾਰ ਉਸ ਮਾਲਾ ਦਾ ਮਣਕਾ ਸਾਡੇ ਕੋਲ ਆ ਲੈਣ ਦਿਓ, ਉਹਦਾ ਮਣਕਾ ਸਾਡੇ ਕੋਲ ਆ ਲੈਣ ਦਿਓ। ਹਾਂਜੀ। ਹਮ ਪਛਾਨ ਲੈ ਹੈ ਦੁੱਤ ਪਾਵੈ। ਅਸੀਂ ਪਛਾਣ ਲਵਾਂਗੇ, ਕਹਿਣ ਲੱਗੇ ਪਛਾਣ ਲਵਾਂਗੇ ਇਹ ਗੁਰੂ ਜੀ ਦੀ ਮਾਲਾ ਦਾ ਮਣਕਾ ਹੈ। ਮਹਾਰਾਜ ਕਹਿੰਦੇ ਸਾਡੇ ਪਿਤਾ ਜੀ ਦੀ ਮਾਲਾ ਹੈ, ਸਾਡੇ ਤੋਂ ਵੱਧ ਕੌਣ ਜਾਣਦਾ ਹੈ। ਹਾਂਜੀ। ਜੇ ਇੱਕ ਲਿਆਵੈ ਲਿਹੋ ਸਭ ਮਾਲਾ। ਜੇ ਉਹ ਇੱਕ ਲੈ ਕੇ ਆਵੇ ਤੇ ਪਿੱਛੋਂ ਸਾਰੀ ਮਾਲਾ ਹੀ ਲੈ ਲਿਓ। ਮਹਾਰਾਜ ਕਹਿੰਦੇ ਉਹਨੇ ਕਿਹੜਾ ਫੇਰਨੀ ਹੈ। ਹਾਂਜੀ। ਨਹਿ ਇਸ ਦੇਸ਼ ਜੋ ਮੋਲ ਵਿਸਾਲਾ। ਆਖੋ ਵਾਹਿਗੁਰੂ। ਵਾਹਿਗੁਰੂ। ਇਹ ਜਿਹੜੀ ਮਾਲਾ ਹੈ ਨਾ, ਇਹ ਜਿਹੜੀ ਮਾਲਾ ਇਹ ਪੂਰੇ ਦੇਸ਼ ਵਿੱਚ ਇਹੋ ਜਿਹੀ ਨਹੀਂ ਹੈਗੀ। ਮੁੱਲ ਵੀ ਬੜਾ ਹੈ, ਕੀਮਤ ਵੀ ਬੜੀ ਹੈ ਇਹਦੀ। ਹਾਂਜੀ। ਇਸ ਪਾਪੀ ਨੇ ਸੁਧ ਨਾ ਜਨਾਈ। ਇਸ ਪਾਪੀ ਨੇ ਖਬਰ ਨਹੀਂ ਦਿੱਤੀ ਕਹਿੰਦੇ ਕਿਸੇ ਨੂੰ। ਇੰਨੀ ਮਹਿੰਗੀ ਮਾਲਾ ਜਿਹਦਾ ਇੱਕ ਇੱਕ ਮਣਕਾ ਹੀ ਬੜਾ ਕੀਮਤੀ ਹੈ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਿਸੇ ਨੂੰ ਖਬਰ ਹੀ ਨਹੀਂ ਦਿੱਤੀ, ਆਪ ਹੀ ਰੱਖ ਕੇ ਬੈਠ ਗਿਆ ਸਾਰੀ। ਹਾਂਜੀ। ਕਰੀ ਅਵਗਿਆ ਉਚਿਤ ਸਜ਼ਾਈ। ਆਖੋ। ਤੇ ਨਾਲ ਹੀ ਗੁਰੂ ਸਾਹਿਬ ਨੇ ਬਾਦਸ਼ਾਹ ਨੂੰ ਇਹ ਵੀ ਕਿਹਾ ਇਹਨੇ ਅਵਗਿਆ ਕੀਤੀ ਹੈ, ਘੱਟੋ ਘੱਟ ਤੁਹਾਨੂੰ ਤੇ ਦੱਸਦਾ ਵੀ ਮਾਲਾ ਉਹਦੇ ਕੋਲ ਹੈਗੀ ਹੈ, ਇਹਨੂੰ ਸਜ਼ਾ ਚਾਹੀਦੀ ਹੈ। ਹਾਂਜੀ। ਸੁਨਤ ਸ਼ਾਹੋ ਕਹਿ ਲਿਆਵਨ ਦੇਹੂ। ਹਾਂਜੀ। ਜਸ ਆਵੈ ਤਿਸ ਪਰਖ ਕਰੇਹੂ। ਗੱਜ ਕੇ ਆਖੋ। ਤੇ ਸਾਧ ਸੰਗਤ ਜੀ ਸੁਣ ਕੇ ਬਾਦਸ਼ਾਹ ਕਹਿਣ ਲੱਗਾ ਵੀ ਇੱਕ ਵਾਰੀ ਲੈ ਕੇ ਤੇ ਆਉਣ ਦਿਓ, ਫਿਰ ਵੇਖ ਲੈਨੇ ਆ ਕਿਹੜੇ ਮਣਕਾ ਕਿਸ ਤਰ੍ਹਾਂ ਦਾ, ਪਰਖ ਕਰ ਲਵਾਂਗੇ। ਹਾਂਜੀ। ਆਗੇ ਸੁਣੀ ਪੀਰ ਤੇ ਬਾਤ। ਇੱਕ ਗੱਲ ਹੋਰ, ਜਹਾਂਗੀਰ ਬਾਦਸ਼ਾਹ ਨੇ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸਿਫਤ ਸੁਣੀ ਸੀ ਨਾ, ਉਹ ਜਹਾਂਗੀਰ ਦੇ ਮਨ ਤੇ ਅਸਰ ਕਰ ਗਈ ਜੀ। ਕਹਿਣ ਲੱਗਾ ਮੈਂ ਅੱਗੇ ਪੀਰ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਮਹਾਰਾਜ ਦੀ ਸਿਫਤ ਸੁਣੀ ਸੀਗੀ। ਜਿਮ ਇਨ ਕਰੇ ਕਪਟ ਕੇ ਘਾਤ। ਜਿਵੇਂ ਇਹਨੇ ਕਪਟ ਕੀਤਾ, ਧੋਖਾ ਕੀਤਾ, ਉਹ ਸਾਰੀ ਗੱਲ ਮੈਂ ਸੁਣੀ ਹੈ ਸਾਈਂ ਮੀਆਂ ਮੀਰ ਜੀ ਕੋਲੋਂ। ਜੇ ਅਪਰਾਧੀ ਹੈ ਤੁਮਾਰਾ ਆਪ ਸੰਭਾਰੋ ਜਿਉ ਉਰ ਧਾਰਾ। ਤੇ ਮਹਾਰਾਜ ਜੇ ਇਹ ਚੰਦੂ ਵਾਕਈ ਤੁਹਾਡਾ ਅਪਰਾਧੀ ਹੈ ਤੇ ਫਿਰ ਸਤਿਗੁਰੂ ਆਪ ਕਿਰਪਾ ਕਰੋ ਤੇ ਚੰਦੂ ਨੂੰ ਸਾਂਭ ਲਓ ਤੇ ਜੋ ਕਰਨਾ ਇਹਦੇ ਨਾਲ ਕਰ ਲਵੋ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਚਾਹੁੰਦੇ ਨਾ ਤੇ ਚੰਦੂ ਨੂੰ ਉਂਝ ਵੀ ਫੜ ਸਕਦੇ ਸੀ। ਸਤਿਗੁਰੂ ਜੀ ਦੇ ਅੱਗੇ ਕਾਹਦੀ ਗੱਲ ਹੈਗੀ ਆ ਜੀ ਚੰਦੂ, ਪਰ ਮਹਾਰਾਜ ਚਾਹੁੰਦੇ ਸੀ ਵੀ ਬਾਦਸ਼ਾਹ ਫੜਾਵੇ ਇਹਨੂੰ, ਬਾਦਸ਼ਾਹ ਸਾਡੇ ਸਪੁਰਦ ਕਰੇ। ਤੇ ਬਾਦਸ਼ਾਹ ਨੇ ਆਪਣੇ ਮੂੰਹੋਂ ਗੱਲ ਕਹਿ ਹੀ ਦਿੱਤੀ। ਬਾਦਸ਼ਾਹ ਕਹਿੰਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਇਹਦੇ ਨਾਲ ਕਰ ਸਕਦੇ ਹੋ। ਹਾਂਜੀ। ਸੀਸ ਹਮਾਰੇ ਫਰਜ਼ ਨਾ ਰਹੈ। ਨਾਲੇ ਮੇਰਾ ਫਰਜ਼ ਜਿਹੜਾ ਸੀ ਉਹ ਵੀ ਪੂਰਾ ਹੋ ਜਾਏਗਾ। ਹਾਂਜੀ। ਜਿਮ ਕੀਨੋ ਤਿਮ ਫਲ ਕੋ ਲਹੈ। ਇਹ ਮੈਨੂੰ ਵੀ ਝੂਠ ਬੋਲਦਾ ਰਿਹਾ, ਗੁਰੂ ਜੀ ਦੀ ਵੱਡੀ ਅਵਗਿਆ ਕੀਤੀ ਹੈ, ਇਹਨੂੰ ਫਲ ਮਿਲਣਾ ਚਾਹੀਦਾ ਹੈ। ਹਾਂਜੀ। ਇਮ ਕਹਿ ਨਰ ਪੁਨ ਔਰ ਪਠਾਇਓ। ਚੰਦੂ ਸਦਨ ਕਿਉਂ ਬਿਲਮ ਲਗਾਇਓ। ਗੱਜ ਕੇ ਆਖੋ। ਇਹ ਕਹਿ ਕੇ ਬਾਦਸ਼ਾਹ ਨੇ ਇੱਕ ਬੰਦਾ ਫਿਰ ਚੰਦੂ ਦੇ ਘਰ ਭੇਜਿਆ ਵੀ ਜਾਓ ਪਤਾ ਕਰੋ ਚੰਦੂ ਆਉਣ ਵਿੱਚ ਦੇਰ ਕਿਉਂ ਕਰ ਰਿਹਾ ਹੈ। ਚੇਤਾ ਰੱਖੋ ਉਦੋਂ ਕਿੰਨੇ ਹੰਕਾਰ ਨਾਲ ਬੋਲਦਾ ਸੀਗਾ ਜੀ। ਸਮਰੱਥ ਗੁਰੂ ਆਪ ਪਰਮੇਸ਼ਰ ਗੁਰੂ ਅਰਜਨ ਦੇਵ ਜੀ ਬੈਠੇ ਸਾਹਮਣੇ ਜੀ। ਤਪ ਦੇ ਪਾਣੀ 'ਚ ਬਿਠਾਇਆ, ਰੇਤਾ ਪਵਾਇਆ ਤੇ ਲੋਹ ਤੇ ਬਿਠਾਇਆ। ਉਦੋਂ ਬੜੀ ਆਕੜ ਮਾਰਦਾ ਸੀਗਾ ਜੀ। ਹੁਣ ਫਸ ਗਿਆ ਜੀ। ਹਾਂਜੀ। ਅਨਹੁ ਸ਼ੀਗਰ ਗਇਓ ਤਬ ਧਾਏ। ਉਠ ਦੀਵਾਨ ਕਿਉਂ ਬੈਠਿਓ ਆਏ। ਉਹ ਬੰਦਾ ਛੇਤੀ ਕਰ ਗਿਆ ਜੀ। ਜਾ ਕੇ ਕਹਿਣ ਲੱਗਾ ਬਾਦਸ਼ਾਹ ਤੂੰ ਇੱਥੇ ਕਿਉਂ ਬੈਠਾ, ਵਾਹਿਗੁਰੂ ਚੰਦੂ ਤੂੰ ਇੱਥੇ ਕਿਉਂ ਬੈਠਾ ਹੈ, ਬਾਦਸ਼ਾਹ ਤੁਹਾਨੂੰ ਉਡੀਕ ਰਹੇ ਨੇ। ਹਾਂਜੀ। ਸ਼ਾਹ ਯਾਦ ਕਰ ਬਾਰੰਬਾਰੀ। ਬਾਦਸ਼ਾਹ ਤੁਹਾਨੂੰ ਬਾਰ-ਬਾਰ ਯਾਦ ਕਰ ਰਿਹਾ।
ਹੈ ਕਿ ਨਹੀਂ ਦਿਓ ਅਰਜ਼ ਗੁਜ਼ਾਰੀ। ਮਾਲਾ ਹੈ ਜਾਂ ਨਹੀਂ ਹੈ, ਇਹ ਬਾਦਸ਼ਾਹ ਨੂੰ ਜਾ ਕੇ ਦੱਸੋ। ਹਾਂਜੀ, ਦੇਖਿਓ ਨਰ ਜਬ ਦੁਤੀਏ ਪਠਾਇਓ। ਚੰਦੂ ਨੇ ਵੇਖਿਆ ਵੀ ਹੁਣ ਫੇਰ ਬੰਦਾ ਭੇਜ ਦਿੱਤਾ ਬਾਦਸ਼ਾਹ ਨੇ ਦੂਜੀ ਵਾਰੀ। ਚਿੰਤਾ ਬਸੀ ਤਰਾਸ ਕੁਛ ਪਾਇਓ। ਤੇ ਚੰਦੂ ਡਰ ਗਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਡਰ ਗਿਆ ਜੀ। ਚੇਤਾ ਰੱਖੋ, ਬਾਣੀ ਚ ਮਹਾਰਾਜ ਦੱਸਦੇ ਆ ਡਰਦਾ ਕੌਣ ਹੈ ਜੀ। ਸੋ ਡਰੈ ਜੇ ਪਾਪ ਕਮਾਵਦਾ, ਉਹ ਡਰਦਾ ਚ ਜਿਹੜਾ ਪਾਪ ਕਰਦਾ। ਧਰਮੀ ਵਿਗਸੇਤ, ਧਰਮੀ ਬੰਦਾ ਖੁਸ਼ ਹੀ ਰਹਿੰਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਚੰਦੂ ਡਰ ਗਿਆ ਜੀ, ਕਿਉਂ? ਪਾਪ ਕੀਤਾ ਹੈ ਜੀ। ਹਾਂਜੀ, ਘਰ ਤੇ ਚੱਲਿਓ ਸ਼ੀਘਰਤਾ ਧਰੀ। ਹੁਣ ਆਪਣੇ ਘਰੋਂ ਬਾਦਸ਼ਾਹ ਦੇ ਕੋਲ ਛੇਤੀ ਜਾ ਰਿਹਾ ਹੈ। ਅਟਕ ਬਸਤਰ ਤੇ ਪਗੀਆ ਗਿਰੀ। ਰਸਤੇ ਵਿੱਚ ਹੀ ਸਾਧ ਸੰਗਤ ਜੀ ਆਉਂਦਿਆਂ ਆਉਂਦਿਆਂ ਇੱਕ ਰੁੱਖ ਦੀ ਟਾਹਣੀ ਦੇ ਨਾਲ ਇਹਦੀ ਪੱਗ ਲਟਕ ਗਈ ਤੇ ਉਂਝ ਹੀ ਧਰਤੀ ਤੇ ਡਿੱਗ ਗਈ ਜੀ। ਰਸਤੇ 'ਚ ਪਹਿਲਾਂ ਹੀ ਪੱਗ ਲੱਥ ਗਈ ਜੀ। ਹਾਂਜੀ, ਸਨਮੁਖ ਸ਼ੀਂਕ ਬਾਮ ਦ੍ਰਿਗ ਫਰਕਾ। ਹਾਂਜੀ, ਜਾਤ ਅਚਾਨਕ ਉਰ ਲਗ ਧਰਕਾ। ਤੇ ਤੁਹਾਨੂੰ ਪਤਾ ਛਿੱਕ ਮਾਰਨ ਤੋਂ ਵੀ ਸਾਡੇ ਬੰਦੇ ਡਰ ਜਾਂਦੇ ਜੀ। ਜਾ ਰਿਹਾ ਹੋਵੇ ਤੇ ਛਿੱਕ ਵੱਜ ਜੇ, ਕਹਿੰਦੇ ਚੰਗਾ ਨਹੀਂ ਹੋਇਆ। ਤੇ ਜੇ ਕਿਤੇ ਖੱਬੀ ਅੱਖ ਫੜਕਣ ਲੱਗ ਪਏ ਤਾਂ ਵੀ ਮਾੜਾ ਗਿਣਦੇ ਆ ਜੀ। ਜੋ ਇਹ ਸਾਰਾ ਕੁਝ ਸੀ ਨਾ, ਉਹ ਸਾਰਾ ਕੁਝ ਹੀ ਚੰਦੂ ਨਾਲ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਸਾਡਾ ਨਹੀਂ ਚਲੋ ਸੰਬੰਧ ਹੈਗਾ, ਅੱਖ ਫੜਕਣ ਲੱਗ ਪਵੇ। ਸਾਇੰਸਦਾਨ ਕਹਿੰਦੇ ਵੀ ਖੂਨ ਦੇ ਦੌਰੇ ਦਾ ਹੈ, ਵਾਹਿਗੁਰੂ ਡਾਕਟਰ ਕਹਿੰਦੇ ਖੂਨ ਦੇ ਦੌਰੇ ਦਾ ਸੰਬੰਧ ਹੈ। ਆਪਾਂ ਤੇ ਨਾਮ ਜਪਣਾ ਤੇ ਨਾਮ ਨੇ ਕਾਰਜ ਸਵਾਰਨੇ ਜੀ ਆਪਣੇ ਜੀ। ਪਰ ਇਹ ਜਿਹੜੀਆਂ ਗੱਲਾਂ ਮੰਨਦਾ ਸੀ ਉਹ ਸਾਰੀਆਂ ਹੀ ਇਹਦੇ ਨਾਲ ਹੋਈਆਂ ਜੀ, ਉਲਟ ਹੋਈਆਂ ਜੀ। ਹਾਂਜੀ, ਸ਼ਾਹ ਨਿਕਟ ਤੂਰਨ ਚੱਲ ਗਇਓ। ਚੰਦੂ ਦੀ ਪੱਗ ਲੱਥੀ, ਦੁਬਾਰਾ ਪੱਗ ਬੰਨੀ ਜੀ ਇਹਨੇ ਜੀ। ਹਾਂਜੀ, ਬਾਦਸ਼ਾਹ ਦੇ ਕੋਲ ਚਲੇ ਗਿਆ। ਗੁਰ ਬੈਠੇ ਦੇਖ ਦੁੱਖ ਅਤ ਭਇਓ। ਤੇ ਸੱਚੇ ਪਾਤਸ਼ਾਹ ਬੈਠੇ ਨੇ ਜੀ ਉੱਥੇ ਜੀ, ਉੱਚੀ ਥਾਂ ਤੇ ਬੈਠੇ ਆ। ਬੜਾ ਸਤਿਕਾਰ ਹੋ ਰਿਹਾ ਹੈ, ਚੌਰ ਸਾਹਿਬ ਹੋ ਰਹੀ ਹੈ। ਤੇ ਸਾਧ ਸੰਗਤ ਜੀ ਚੰਦੂ ਵੇਖ ਕੇ ਬੜਾ ਦੁਖੀ ਹੋਇਆ ਜੀ। ਹਾਂਜੀ, ਹਾਥ ਜੋਰ ਬੋਲਿਓ ਢਿਗ ਸ਼ਾਹੂ। ਹੱਥ ਜੋੜ ਕੇ ਚੰਦੂ ਬਾਦਸ਼ਾਹ ਨੂੰ ਕਹਿਣ ਲੱਗਾ, ਮਨ ਕੇ ਹੁਤੇ ਮੋਰ ਘਰ ਮਾਹੂ। ਕਹਿੰਦਾ ਜੀ ਮੇਰੇ ਘਰ ਵਿੱਚ ਮਾਲਾ ਵੀ ਸੀ ਤੇ ਮਣਕੇ ਵੀ ਸੀਗੇ। ਹਾਂਜੀ, ਰਹੇ ਖੋਜ ਸੋ ਅਬ ਨਹਿ ਪਾਏ। ਪਰ ਲੱਭਦੇ ਨਹੀਂ ਪਏ। ਗੱਜ ਕੇ ਆਖੋ ਹਾਂਜੀ, ਪੁੰਨ ਨਰ ਬ੍ਰਿੰਦ ਬਾਜ਼ਾਰ ਪਠਾਏ। ਬੜੇ ਬੰਦੇ ਮੈਂ ਬਾਜ਼ਾਰ ਵੀ ਭੇਜੇ ਆ, ਬਾਜ਼ਾਰ ਭੇਜੇ ਆ ਵੀ ਉਹ ਕਿਸੇ ਤਰੀਕੇ ਨਾਲ ਲਭਾ ਲੈਣ। ਹਾਂਜੀ, ਖੋਜ ਰਹੇ ਨਹਿ ਕਿਤਹੂ ਪਾਏ। ਪਰ ਬੜਾ ਹੀ ਲੱਭਿਆ, ਬੜਾ ਹੀ ਲੱਭਿਆ, ਪਰ ਉਹੋ ਜਿਹੇ ਮੋਤੀ ਵੀ ਨਹੀਂ ਮਿਲੇ। ਹਾਂਜੀ, ਸਭ ਥਲ ਤੇ ਸ਼ੂਸ਼ੇ ਨਰ ਆਏ। ਜੇ ਅਬ ਦੇਰ ਕਰੋ ਦਿਨ ਕੋਏ। ਆਨੈ ਖੋਜ ਨਗਰ ਜਿਸ ਹੋਏ। ਤੇ ਕਹਿਣ ਲੱਗਾ ਬਾਦਸ਼ਾਹ ਜੇ ਉਹ ਮਾਲਾ ਉਹੋ ਜਿਹੀ ਚਾਹੀਦੀ ਹੈ ਤੇ ਥੋੜੇ ਦਿਨ ਰੁਕੋ ਤੇ ਮੈਂ ਕਿਤੋਂ ਲੱਭ ਕੇ ਲੈ ਆਉਣਾ। ਪਰ ਬਾਦਸ਼ਾਹ ਨੂੰ ਤੇ ਗੁਰੂ ਅਰਜਨ ਦੇਵ ਜੀ ਦੀ ਮਾਲਾ ਚਾਹੀਦੀ ਸੀਗੀ ਜੀ। ਹਾਂਜੀ, ਏਮ ਕਹਿ ਚੰਦੂ ਤੂਸ਼ਨ ਹੋਇਓ। ਹਾਂਜੀ, ਸ਼ਾਹ ਬਦਨ ਗੁਰ ਕੋ ਤਬ ਜੋਇਓ। ਆਖੋ ਵਾਹਿਗੁਰੂ। ਏਮ ਕਹਿ ਚੰਦੂ ਤੂਸ਼ਨ ਹੋਇਓ, ਕਹਿ ਕੇ ਚੁੱਪ ਹੋ ਗਿਆ। ਸ਼ਾਹ ਬਦਨ ਗੁਰ ਕੋ ਤਬ ਜੋਇਓ। ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲ ਵੇਖਣ ਲੱਗ ਪਿਆ ਜੀ। ਹਾਂਜੀ, ਰਿਸ ਕੁਛ ਕਹਿਓ ਪਿਖੇ ਇਤ ਕਹਾ। ਪ੍ਰਭੂ ਦਰਗਾ ਏਕ ਸਮਝਹਾ। ਗੱਜ ਕੇ ਆਖੋ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਬਚਨ ਕੀਤੇ। ਮਹਾਰਾਜ ਕਹਿੰਦੇ ਬਾਦਸ਼ਾਹ ਕਾਹਦੀ ਗੱਲ ਹੈ, ਰੱਬ ਦੀ ਦਰਗਾਹ 'ਚ ਜਾ ਕੇ ਲੇਖਾ ਲਵਾਂਗੇ ਇਹਦੇ ਕੋਲੋਂ। ਕਹਿਣ ਲੱਗੇ ਹਾਂਜੀ, ਬਦਲਾ ਪਿਤ ਕੋ ਲੇਵੈ ਤਹਾਂ। ਮਹਾਰਾਜ ਨੇ ਖੁੱਲਾ ਚੰਦੂ ਦੇ ਸਾਹਮਣੇ ਇਹ ਗੱਲ ਕਹੀ ਕਿ ਅਸੀਂ ਆਪਣੇ ਪਿਤਾ ਜੀ ਦਾ ਬਦਲਾ ਦਰਗਾਹ ਵਿੱਚ ਲਵਾਂਗੇ ਜਾ ਕੇ। ਕਹਿਣ ਲੱਗੇ ਹਾਂਜੀ, ਨਰਕ ਸਜਾਏ ਪਾਪੀਆਂ ਮਹਾ। ਜਿੱਥੇ ਪਾਪੀਆਂ ਨੂੰ ਨਰਕ ਦੀ ਸਜ਼ਾ ਮਿਲਦੀ, ਦੂਜੀ ਸਜ਼ਾ ਹੀ ਕੋਈ ਨਹੀਂ ਹੈਗੀ ਜੀ। ਨਰਕਾਂ 'ਚ ਸੜਨਾ ਪੈਂਦਾ ਪਾਪੀਆਂ ਨੂੰ। ਕਹੀ ਪੀਰ ਕੀ ਇੱਕ ਬੀਚ। ਕਰਿਓ ਕੋ ਕਰਮ ਜਥਾ ਇਹ ਨੀਚ। ਗੱਜ ਕੇ ਆਖੋ। ਤੇ ਸਾਧ ਸੰਗਤ ਜੀ
ਬਾਦਸ਼ਾਹ ਨੇ ਗੁਰੂ ਜੀ ਦੇ ਬਚਨ ਵੀ ਸੋਚੇ ਸੁਣੇ ਵੀ, ਤੇ ਦੂਜਾ ਸਾਈਂ ਮੀਆਂ ਮੀਰ ਜੀ ਦੇ ਬਚਨ ਵੀ ਚੇਤੇ ਕੀਤੇ ਜੀ, ਵੀ ਉਹ ਵੀ ਕਹਿੰਦੇ ਵੀ ਗੁਰੂ ਅਰਜਨ ਦੇਵ ਜੀ ਬੜੇ ਵੱਡੇ ਆ, ਬੜੇ ਵੱਡੇ ਆ। ਹਾਂਜੀ। ਦੁਤੀਏ ਗੁਰੂ ਕਹਿਓ ਬਹੁ ਬਾਰ, ਦੂਜਾ ਗੁਰੂ ਸਾਹਿਬ ਕਹਿੰਦੇ ਆ ਵੀ ਲੇਖਾ ਲੈਣਾ ਦਰਗਾਹ ਵਿੱਚ। ਹਾਂਜੀ। ਜਾਣਿਓ ਨਿਸ਼ਚੇ ਕਰ ਨਿਰਧਾਰ, ਤੇ ਬਾਦਸ਼ਾਹ ਨਿਸ਼ਚੈ ਕਰਕੇ ਡਰ ਗਿਆ, ਸਾਧ ਸੰਗਤ ਜੀ ਡਰ ਗਿਆ। ਹਾਂਜੀ। ਬਿਨਾ ਸੰਦੇਹ ਸ਼ਾਹੋ ਤਬ ਕਹਿਓ, ਚੰਦੂ ਅਪਰਾਧੀ ਮਨ ਲਹਿਓ। ਗੱਜ ਕੇ ਆਖੋ, ਬਿਨਾ ਸੰਦੇਹ ਸ਼ਾਹੋ ਤਬ ਕਹਿਓ, ਚੰਦੂ ਅਪਰਾਧੀ ਮਨ ਲਹਿਓ। ਬਾਦਸ਼ਾਹ ਨੇ ਸਮਝ ਲਿਆ ਚੰਦੂ ਹੀ ਸਾਰੀ ਫਸਾਦ ਦੀ ਜੜ ਹੈਗੀ ਹੈ ਜੀ, ਚੰਦੂ ਹੀ ਜੜ ਹੈ ਸਾਰੀ ਫਸਾਦ ਦੀ। ਹਾਂਜੀ। ਹਮਰੇ ਸੀਸ ਦੋਸ਼ ਨਹਿ ਧਰੀਐ, ਤੇ ਬਾਦਸ਼ਾਹ ਗੁਰੂ ਸਾਹਿਬ ਨੂੰ ਕਹਿਣ ਲੱਗਾ, ਡਰ ਗਿਆ ਨਾ ਜੀ, ਸਤਿਗੁਰੂ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਮੇਰਾ ਕੋਈ ਦੋਸ਼ ਨਹੀਂ ਤੇ ਹੈਗਾ। ਹਾਂਜੀ। ਕਿਮ ਦਰਗਾਹ ਨਾ ਬੈਰ ਸੰਭਰੀਐ, ਮਹਾਰਾਜ ਦਰਗਾਹ ਵਿੱਚ ਮੇਰੇ ਨਾਲ ਨਾ ਗੱਲ ਕਰਿਓ, ਕਹਿੰਦਾ ਮੇਰੇ ਨਾਲ ਨਾ ਗੱਲ। ਉਹਨੂੰ ਪਤਾ ਹੈ ਨਾ ਦਰਗਾਹ ਵਿੱਚ ਇਹਨਾਂ ਦੀ ਚੱਲਦੀ ਹੈ, ਗੁਰੂ ਜੀ ਦੀ ਦਰਗਾਹ ਵਿੱਚ ਚੱਲਦੀ ਹੈ। ਹਾਂਜੀ। ਇਹਾਂ ਨਬੇਰੋ ਬਦਲਾ ਸਾਰੇ, ਮਹਾਰਾਜ ਇੱਥੇ ਹੀ ਨਿਬੇੜ ਲੋ ਜੋ ਨਿਬੇੜਨਾ ਚਾਹੇ। ਹਮਕੋ ਆਸ਼ਿਕ ਬਚਨ ਉਚਾਰੇ, ਤੇ ਮੇਰੇ ਤੇ ਮਿਹਰ ਦੀਆਂ ਹੀ, ਮਿਹਰ ਦਾ ਹੀ ਹੱਥ ਰੱਖੋ, ਕਹਿਣ ਲੱਗਾ। ਹਾਂਜੀ। ਜੇ ਹਮਰੀ ਕੁਛ ਲਖੋ ਖੁਟਾਈ, ਜੇ ਮੇਰੀ ਕੋਈ ਖੁਟਾਈ ਵੇਖਦੇ ਹੋ, ਜੇ ਤੁਹਾਨੂੰ ਲੱਗਦਾ ਵੀ ਮੇਰੇ 'ਚ ਕੋਈ ਕਸੂਰ ਹੈਗਾ, ਤੋ ਹਮਕੋ ਦਿਓ ਦੰਡ ਬਣਾਈ, ਤੇ ਮੈਨੂੰ ਇੱਥੇ ਡੰਡ ਦੇ ਦਿਓ, ਦਰਗਾਹ ਵਿੱਚ ਤੇ ਕਿਸੇ ਨੇ ਗਵਾਹੀ ਵੀ ਨਹੀਂ ਭਰਨੀ। ਗੱਜ ਕੇ ਆਖੋ ਵਾਹ। ਸੰਗਤ ਜੀ ਦਰਗਾਹ ਤੇ ਦਰਗਾਹ ਹੀ ਹੈ ਨਾ, ਦਰਗਾਹ ਤੇ ਦਰਗਾਹ ਹੀ ਹੈ ਨਾ। ਹਾਂਜੀ। ਨਾਹੇ ਤਾਂ ਜਾਹੇ ਅਵਗਿਆ ਕਰੀ, ਹਾਂਜੀ। ਤਿਸ ਤੇ ਲਿਹੋ ਬਦਲਾ ਇਸ ਘਰੀ। ਕਹਿਣ ਲੱਗਾ ਮਹਾਰਾਜ ਚੰਦੂ ਨੇ ਹੀ ਅਵਗਿਆ ਕੀਤੀ ਸਾਰੀ, ਤੇ ਸਤਿਗੁਰੂ ਚੰਦੂ ਕੋਲੋਂ ਤੁਸੀਂ ਬਦਲਾ ਲੈ ਲਓ। ਹਾਂਜੀ। ਮਮ ਸਿਰ ਤੇ ਅਬ ਕਰਜ਼ ਉਤਾਰੋ, ਮੇਰੇ ਸਿਰ ਤੋਂ ਕਰਜ਼ਾ ਲਾ ਦਿਓ, ਜੇ ਮੈਨੂੰ ਕੁਝ ਕਹਿਣਾ ਤੇ ਇੱਥੇ ਹੀ ਕਹਿ ਦਿਓ। ਹਾਂਜੀ। ਕਹੋ ਨਿਸੰਗ ਬਾਤ ਨਿਰਧਾਰੋ, ਹਾਂਜੀ। ਗੁਰੂ ਕਹਿਓ ਬਲ ਪਾਏ ਤੁਮਾਰਾ, ਜੋ ਕਰ ਹੈ ਅਪਰਾਧ ਉਦਾਰਾ। ਤੇ ਗੁਰੂ ਉਹ ਵੀ ਨਹੀਂ ਜਿਹੜਾ ਕਿਸੇ ਸਰਕਾਰੀ ਬੰਦੇ ਕੋਲੋਂ ਡਰ ਜਾਵੇ ਜੀ। ਆਖੋ ਵਾਹਿਗੁਰੂ। ਸਤਿਗੁਰੂ ਜੀ ਨੇ ਖੋਲ ਕੇ ਕਿਹਾ, ਖੁੱਲ ਕੇ ਕਿਹਾ। ਮਰ ਕਹਿੰਦੇ ਬਾਦਸ਼ਾਹ ਚੰਦੂ ਨੇ ਪਾਪ ਕੀਤਾ, ਤੂੰ ਵੀ ਮੰਨਦਾ, ਮੈਂ ਵੀ ਮੰਨਦਾ, ਅਸੀਂ ਵੀ ਮੰਨਦੇ ਹਾਂ, ਪਰ ਬਾਦਸ਼ਾਹ ਚੰਦੂ ਨੇ ਇਹ ਪਾਪ ਤਾਂ ਕੀਤਾ ਪਿੱਛੋਂ ਤੁਹਾਡੀ ਮਦਦ ਸੀਗੀ, ਕਹਿਣ ਲੱਗੇ ਤੁਹਾਡਾ ਬਲ ਸੀਗਾ ਉਹਦੇ ਕੋਲ, ਤਾਂ ਹੀ ਚੰਦੂ ਨੇ ਇਹ ਪਾਪ ਕੀਤਾ। ਹਾਂਜੀ। ਤਿਸ ਕੇ ਫਲ ਭਾਗੀ ਤੁਮ ਅਹੋ, ਉਹਦਾ ਫਲ ਤੈਨੂੰ ਵੀ ਮਿਲਣਾ। ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਜਿਹੜਾ ਫਲ ਹੈ ਨਾ, ਭਾਵ ਉਹ ਕੁਕਰਮ ਜਿਹੜਾ ਤੁਹਾਡੇ ਹਕੂਮਤ 'ਚ ਹੋਇਆ, ਉਹਦਾ ਫਲ ਤੁਹਾਨੂੰ ਵੀ ਮਿਲਣਾ ਹੈ। ਹਾਂਜੀ। ਚੱਲ ਦਰਗਾਹ ਬਿਖੈ ਕਿਮ ਕਹੋ, ਚਲੋ ਦਰਗਾਹ 'ਚ ਚੱਲੋ, ਉੱਥੇ ਲਵਾਂਗੇ ਤੁਹਾਡੇ ਕੋਲੋਂ ਫਲ। ਤਹ ਲੇਖਾ ਸਭ ਲੈਣਾ ਦੇਣਾ, ਉੱਥੇ ਲੈਣਾ ਦੇਣਾ ਲੇਖਾ ਉੱਥੇ ਹੋਏਗਾ ਸਾਰਾ। ਹਾਂਜੀ। ਹੋਂਤ ਸਭਨ ਕੋ ਕਿਮਹੂ ਮਿਟੈ ਨਾ, ਜੋ ਹੋਣਾ ਹੈ ਨਾ ਉੱਥੇ ਸਾਰਿਆਂ ਦਾ ਲੇਖਾ ਹੋਣਾ, ਕਿਸੇ ਦਾ ਵੀ ਮਿਟਿਆ ਨਹੀਂ ਜਾ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਇਹ ਜੋ ਕੱਚ ਪਕਾਈ ਉੱਥੇ ਹੀ ਪਤਾ ਲੱਗਦਾ ਸਾਧ ਸੰਗਤ ਜੀ। ਪਰ ਜੇ ਕਿਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਵੇ ਨਾ, ਤੇ ਮਹਾਰਾਜ ਬਾਣੀ 'ਚ ਲਿਖਦੇ ਧਰਮ ਰਾਜਾ ਉਹਨਾਂ ਦੇ ਕਾਗਜ਼ ਹੀ ਫਾੜ ਦਿੰਦਾ ਹੈ ਜੀ, ਫਟ ਜਾਂਦੇ ਉਹਨਾਂ ਦੇ ਕਾਗਜ਼। ਉਹ ਕਹਿੰਦਾ ਇਹ ਗੁਰੂ ਨਾਨਕ ਦੇ ਸਿੱਖ ਨੇ, ਇਹਨਾਂ ਦਾ ਲੇਖਾ ਨਹੀਂ ਕਰਨਾ, ਇਹਨਾਂ ਦੇ ਲੇਖੇ ਫਾੜ ਦਿਓ, ਪਰ ਬਾਕੀ ਅੜਿੱਕੇ ਵਿੱਚ ਆ ਜਾਂਦੇ ਜੀ। ਮਹਾਰਾਜ ਕਹਿੰਦੇ ਉੱਥੇ ਆ ਜਾਓਗੇ ਅੜਿੱਕੇ ਵਿੱਚ। ਹਾਂਜੀ। ਨਿਰਬਲ ਬਲੀ ਰੰਕ ਕੈ ਗਊ, ਭਾਵੇਂ ਕੋਈ ਨਿਰਬਲ ਹੈ, ਕਮਜ਼ੋਰ ਹੈ, ਤੇ ਭਾਵੇਂ ਕੋਈ ਬਲ ਵਾਲਾ ਹੈ, ਭਾਵੇਂ ਕੋਈ ਕੰਗਾਲ ਹੈ, ਤੇ ਭਾਵੇਂ ਕੋਈ ਬਾਦਸ਼ਾਹ ਹੈ,
ਇੱਕ ਸਮ ਹੀ ਸਭ ਬਿਖਮ ਨਾ ਕਾਊ। ਉਹਦੀ ਦਰਗਾਹ ਦੇ ਵਿੱਚ ਸਾਰੇ ਬਰਾਬਰ ਹੀ ਨੇ। ਗੱਜ ਕੇ ਆਖੋ ਵਾਹ। ਉਥੇ ਸੱਚੇ ਹੀ ਸੱਚ ਨਿਬੜੈ, ਉਥੇ ਤੇ ਸੱਚ ਦਾ ਹੀ ਨਿਬੇੜਾ ਹੋਣਾ। ਹਾਂਜੀ। ਸੁਨ ਕਰ ਸ਼ਾਹੋ ਕਹਿਓ ਗੁਰ ਸੰਗ। ਸਾਧ ਸੰਗਤ ਜੀ ਸੁਣ ਕੇ ਬਾਦਸ਼ਾਹ ਮਹਾਰਾਜ ਨੂੰ ਕਹਿਣ ਲੱਗਾ, ਹਮ ਨਹਿ ਜਾਣਿਓ ਛਲ ਇਸ ਢੰਗ। ਸੱਚੇ ਪਾਤਸ਼ਾਹ ਇਹਨੇ ਹੀ ਜੋ ਕਰਾਇਆ ਜੇ ਮੇਰੇ ਕੋਲੋਂ, ਹੁਣ ਆਪਣੇ ਤੇ ਵੀ ਆ ਗਿਆ ਜੀ ਉਹ। ਮਹਾਰਾਜ ਇਹਨੇ ਕਰਾਇਆ ਜੇ ਜੋ ਕਰਾਇਆ। ਹਾਂਜੀ। ਪੀਰ ਵਜ਼ੀਰ ਖਾਨ ਕੈ ਆਪ। ਗਰੀਬ ਨਵਾਜ ਪੀਰ ਵਜ਼ੀਰ ਖਾਨ ਕੈ ਆਪ। ਵਜ਼ੀਰ ਖਾਨ ਨੇ ਵੀ ਮੈਨੂੰ ਸਾਰੀ ਗੱਲ ਦੱਸੀ ਹੈ, ਤੁਸੀਂ ਵੀ ਦੱਸੀ ਹੈ। ਸੁਧ ਦੀਨਸ ਜਿਮ ਕੀਨਸ ਪਾਪ। ਜਿਵੇਂ ਇਹਨੇ ਤੱਤੀ ਲੋ ਤੇ ਬਿਠਾਇਆ, ਉਬਲਦੇ ਪਾਣੀ 'ਚ ਬਿਠਾਇਆ, ਮੈਨੂੰ ਤੇ ਪਤਾ ਹੀ ਨਹੀਂ ਸੀਗਾ। ਮਹਾਰਾਜ ਮੈਨੂੰ ਤੇ ਬਾਅਦ 'ਚ ਦੱਸਿਆ। ਹਾਂਜੀ। ਸੁਣ ਕਰ ਮੈਂ ਅਬ ਹੋਇਓ ਨਿਆਰੋ। ਤੇ ਮਹਾਰਾਜ ਹੁਣ ਮੈਂ ਵੱਖ ਹੋ ਗਿਆ ਇਹਦੇ ਤੋਂ। ਗੱਜ ਕੇ ਆਖੋ ਵਾਹ। ਇਸ ਤਰ੍ਹਾਂ ਹੀ ਹੁੰਦਾ, ਭਾਵੇਂ ਇਹ ਵੀ ਨਾਲ ਹੀ ਸੀਗਾ ਜੀ। ਮਹਾਰਾਜ ਨੇ ਸਿੱਧੀ ਗੱਲ ਕਹੀ ਹੈ, ਪਰ ਲੋਕ ਕੀ ਕਰਦੇ ਆ, ਜਦੋਂ ਕਿਸੇ ਤੇ ਮੁਸ਼ਕਲ ਆਵੇ ਚੁੱਪ ਕੀਤੇ ਉਹਦੇ ਤੋਂ ਵੱਖ ਹੋ ਜਾਂਦੇ ਆ। ਮੈਂ ਵੇਖਿਆ ਜਿਹੜੇ ਬੰਦੇ ਰੋਜ਼ ਫਤਿਹ ਬੁਲਾਉਣ ਵਾਲੇ ਆ ਨਾ, ਸਾਧ ਸੰਗਤ ਜੀ, ਉਹ ਚੁੱਪ ਕਰਕੇ ਲਾਗੋਂ ਲੰਘਣਗੇ, ਫਤਿਹ ਵੀ ਨਹੀਂ ਬੁਲਾਉਣਗੇ ਜੀ। ਕਿਉਂ? ਕਿਉਂਕਿ ਮੁਸ਼ਕਲ ਆ ਗਈ ਜੀ, ਮੁਸ਼ਕਲ ਪੈ ਗਈ ਜੀ। ਵਿਰਲੇ ਸਾਥ ਦਿੰਦੇ ਆ। ਚੰਦੂ ਤਾਂ ਹੈ ਹੀ ਗਲਤ ਹੈ ਨਾ, ਇਹਦਾ ਤੇ ਸਾਥੀ ਬਣਨਾ ਹੀ ਕੋਈ ਨਹੀਂ ਨਾ, ਇਹ ਪਾਪੀ ਹੈ। ਤੇ ਸਤਿਗੁਰੂ ਬਾਣੀ 'ਚ ਕਹਿੰਦੇ ਆ, ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਹੀਂ ਬੇਲੀ ਬਣਦਾ, ਕੋਈ ਨਾ ਬੇਲੀ ਹੋਵੇ ਤੇਰਾ। ਜਿੰਨਿਆਂ ਨਾਲ ਰਲ ਕੇ ਤੂੰ ਪਾਪ ਕੀਤਾ, ਕੋਈ ਵੀ ਬੇਲੀ ਨਹੀਂ ਬਣਦਾ। ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਹੀਂ ਬੇਲੀ ਬਣਦਾ, ਕੋਈ ਨਹੀਂ ਬੇਲੀ ਬਣਦਾ। ਬਾਦਸ਼ਾਹ ਵੀ ਚੰਦੂ ਨੂੰ ਕਹਿਣ ਲੱਗਾ, ਗੁਰੂ ਸਾਹਿਬ ਨੂੰ ਕਹਿਣ ਲੱਗਾ ਚੰਦੂ ਬਾਰੇ ਵੀ, ਮਹਾਰਾਜ ਮੈਂ ਇਹਦੇ ਤੋਂ ਵੱਖ ਹੋ ਗਿਆ ਜੀ। ਹਾਂਜੀ। ਨਿਸ ਅਪਰਾਧੀ ਗਹੋ ਕੇ ਮਾਰੋ। ਇਹ ਫਿਰ ਹੱਥ ਰੱਖੋ, ਫਿਰ ਪੜੋ। ਨਿਸ ਅਪਰਾਧੀ ਗਹੋ ਕੇ ਮਾਰੋ। ਇਹ ਮਹਾਰਾਜ ਤੁਹਾਡਾ ਅਪਰਾਧੀ ਹੈ, ਫੜੋ ਮਾਰ ਦਿਓ, ਤੁਹਾਡੀ ਮਰਜ਼ੀ ਹੈ। ਹਾਂਜੀ। ਹਮ ਸਹਾਏ ਜੇ ਇਸ ਕੀ ਕਰੈ, ਤੁਮ ਦਿਸ਼ਤੇ ਦੋਸ਼ਨ ਕੋ ਤਰੈ। ਮਹਾਰਾਜ ਮੈਂ ਇਹਦੀ ਸਹਾਇਤਾ ਨਹੀਂ ਕਰਾਂਗਾ। ਜੇ ਮੈਂ ਇਹਦੀ ਮਦਦ ਕੀਤੀ ਤੇ ਮੈਂ ਤੁਹਾਡਾ ਦੋਸ਼ੀ ਹੋਵਾਂਗਾ। ਵੇਖਿਆ, ਜਿਸ ਬੰਦੇ ਦੇ ਸਿਰ ਚੜ ਕੇ, ਜਿਸ ਬੰਦੇ ਦੇ ਇਹਨੇ ਕਹਿ ਲਈਏ ਵੀ ਮਾਣ ਤੇ ਸਾਰਾ ਕੰਮ ਕੀਤਾ, ਉਹ ਬੰਦਾ ਆਪਣਾ ਮੋਢਾ ਪਰਾਂ ਕਰ ਗਿਆ ਜੀ। ਹਾਂਜੀ। ਆਗਾ ਆਪਨ ਸੁਧਾਰਨ ਕਾਰਨ। ਮਹਾਰਾਜ ਮੈਂ ਤੇ ਆਪਣਾ ਅੱਗਾ ਸੁਧਾਰਨਾ ਚਾਹੁੰਦਾ ਵੀ ਦਰਗਾਹ 'ਚ ਤੁਸੀਂ ਲੇਖਾ ਨਾ ਲਾਓ। ਮਿਲਹਿ ਨਾ ਹਮ ਇਸ ਕੀਨ ਉਚਾਰਨ। ਮਿਲਹਿ ਨਾ ਹਮ ਇਸ ਕੀਨ ਉਚਾਰਨ। ਵੈਸੇ ਪਾਠ ਇਹ ਹੋਣਾ ਚਾਹੀਦਾ। ਕਹਿੰਦਾ ਇਸ ਕਰਕੇ ਮੈਂ ਇਹ ਕਿਹਾ, ਮੈਂ ਅੱਜ ਤੋਂ ਬਾਅਦ ਚੰਦੂ ਨੂੰ ਨਹੀਂ ਮਿਲਾਂਗਾ। ਪਾਪ ਕਮਾਵੰਦਿਆਂ ਤੇਰਾ ਕੋਈ ਨਾ ਬੇਲੀ ਰਾਮ। ਇਸ ਤਰ੍ਹਾਂ ਬਣਦਾ ਜੀ। ਪਾਪ ਕਰੋੜਨ ਕੇ ਸਮ ਪਾਪ, ਕਹਿਓ ਪੀਰ ਨੇ ਮੁਝ ਸੋ ਆਪ। ਕਰੋੜਾਂ ਕਤਲਾਂ ਦਾ ਪਾਪ ਜਿਹੜਾ ਨਾ, ਕਰੋੜਾਂ ਕਤਲਾਂ ਦਾ ਪਾਪ ਮਹਾਰਾਜ ਉਹ ਗੁਰੂ ਅਰਜਨ ਦੇਵ ਜੀ ਦੇ ਕਤਲ ਦੇ ਬਰਾਬਰ ਹੈਗਾ ਜੋ ਇਹਨੇ ਕੀਤਾ। ਇਹ ਗੱਲ ਮੈਨੂੰ ਸਾਈਂ ਮੀਆਂ ਮੀਰ ਜੀ ਨੇ ਦੱਸੀ ਹੈ। ਜਿਸ ਤੇ ਗੋਰ ਧੂਮ ਨਿਕਸਾਵੈ, ਇਸ ਬਿਨ ਕੋ ਅਸ ਪਾਪ ਕਮਾਵੈ। ਗੱਜ ਕੇ ਆਖੋ, ਕਹਿੰਦੇ ਮੜੀ ਚੋਂ ਵੀ ਧੂਆਂ ਨਿਕਲੇ, ਇਹੋ ਜਿਹਾ ਪਾਪ ਕੀਤਾ ਹੈ। ਭਾਵ ਮੜੀ 'ਚ ਵੀ ਪੈ ਜਾਏ, ਉਥੋਂ ਵੀ ਬਖਸ਼ਾਇਆ ਨਹੀਂ ਜਾ ਸਕਦਾ। ਉਹ ਬੰਦਾ ਕਹਿ ਰਿਹਾ ਜਿਹਦੀ ਮਦਦ ਨਾਲ ਸਾਰਾ ਕੁਝ ਹੋਇਆ ਜੀ। ਹਾਂਜੀ। ਮਨ ਮੈਂ ਹੋਏ ਤਰਾਸ ਕਨੇਰਾ। ਮੈਂ ਤੇ ਮਾਰਾ ਡਰਦਾ ਤੁਹਾਡੇ ਤੋਂ।
ਸੁਨ ਅਸ ਪਾਪ ਮੂੜ ਇਸ ਕੇਰਾ। ਮੈਂ ਇਹਦੇ ਕੀਤਾ ਹੋਇਆ ਪਾਪ ਸੁਣ ਕੇ ਡਰ ਗਿਆ, ਏਡੇ ਵੱਡੇ ਗੁਰੂ ਜੀ ਨਾਲ ਇਹਨੇ ਇਸ ਤਰ੍ਹਾਂ ਕੀਤਾ। ਹਾਂਜੀ। ਤਬ ਚੰਦੂ ਬੋਲਿਓ ਮਮ ਚਾਰੀ, ਕਿਨ ਕੀਨਸ ਤੁਮ ਨਿਕਟ ਉਚਾਰੀ। ਗੱਜ ਕੇ ਆਖੋ। ਤੇ ਚੰਦੂ ਦੇ ਇੱਕ ਰੰਗ ਆਇਆ ਤੇ ਇੱਕ ਗਿਆ ਜੀ, ਫੜਿਆ ਗਿਆ ਜੀ ਚੰਦੂ। ਚੰਦੂ ਕਹਿੰਦਾ ਬਾਦਸ਼ਾਹ ਤੁਹਾਨੂੰ ਚੁਗਲੀ ਕੀਤੀ ਮੇਰੀ, ਕਿਸੇ ਨੇ ਚੁਗਲੀ ਕੀਤੀ ਤੁਹਾਡੇ ਨਾਲ। ਹਾਂਜੀ। ਕਹੇ ਆਪ ਤੇ ਮੈਂ ਲੈ ਗਇਓ, ਕਿਤਕ ਦਿਵਸ ਮੈਂ ਦੁੱਖ ਉਪਜਾਇਓ। ਕਹਿੰਦਾ ਜੀ ਮੈਂ ਤੇ ਤੁਹਾਡੇ ਕਹਿਣ ਤੇ ਹੀ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਗਿਆ ਸਾਂ, ਕਹਿਣ ਲੱਗਾ। ਹਾਂਜੀ। ਜਿਸ ਤੇ ਤਿਆਗਿਓ ਤਹਿ ਠਾਂ ਤਨ ਕੋ। ਕੁਝ ਦਿਨ ਉਹ ਬਿਮਾਰ ਰਹੇ ਤੇ ਸਰੀਰ ਤਿਆਗਦਾ। ਝੂਠ ਬੋਲ ਗਿਆ ਜੀ ਚੰਦੂ। ਇਹ ਜਿੰਨਾ ਮਰਜ਼ੀ ਝੂਠ ਬੋਲੇ, ਜਹਾਂਗੀਰ ਨੂੰ ਤੇ ਮੀਆਂ ਮੀਰ ਜੀ ਨੇ ਸਾਰੀ ਗੱਲ ਦੱਸ ਦਿੱਤੀ ਹੈ ਜੀ। ਨਹਿ ਪੁੰਨ ਲਹਿਓ ਦੰਡ ਧਨ ਗਨ ਕੋ। ਕਹਿੰਦਾ ਮੈਂ ਤੇ ਲੱਖ ਰੁਪਈਆ ਜਿਹੜਾ ਜੁਰਮਾਨਾ ਲੱਗਾ ਉਹ ਵੀ ਨਹੀਂ ਲਿਆ ਬਾਅਦ ਚ। ਹਾਂਜੀ। ਸੁਨਤ ਸ਼ਾਹ ਨੇ ਗਿਰਾ ਉਚਾਰੀ, ਰਾਖੈ ਚੋਰ ਕਰੀ ਤੈਂ ਚਾਰੀ। ਗੱਜ ਕੇ ਆਖੋ। ਬਾਦਸ਼ਾਹ ਕਹਿੰਦਾ ਸੁਣ, ਤੂੰ ਚੁਗਲੀ ਲਾਉਣਾ ਹੁੰਦਾ ਸਾਂ ਵੀ ਗੁਰੂ ਅਰਜਨ ਦੇਵ ਜੀ ਨੇ ਚੋਰ ਰੱਖੇ ਐ। ਹਾਂਜੀ। ਕਹਿ ਕੂਰੇ ਮਮ ਮਨ ਪਰਮਾਇਓ। ਝੂਠ ਬੋਲ ਕੇ ਤੂੰ ਮੇਰਾ ਮਨ ਪਰਮਾ ਦਿੱਤਾ। ਹਾਂਜੀ। 300 ਅਧਿਕ ਬੈਰ ਉਪਜਾਇਓ। ਤੇ ਮੇਰਾ ਖਾਮ ਖਾਈ ਵੈਰ ਗੁਰੂ ਜੀ ਨਾਲ ਪਵਾ ਦਿੱਤਾ। ਹਾਂਜੀ। ਆਰਫ ਕਾਮਨ ਸ਼ਕਤ ਵਿਸਾਲਾ, ਸੋ ਕਿਮ ਐਸੀ ਕਰੈ ਕੁਚਾਲਾ। ਉਹ ਤੇ ਇੰਨੀਆਂ ਵੱਡੀਆਂ ਸ਼ਕਤੀਆਂ ਦੇ ਮਾਲਕ ਸਾਈਂ ਮੀਆਂ ਮੀਰ ਜੀ ਨੇ ਮੈਨੂੰ ਦੱਸਿਆ, ਉਹ ਕਿਵੇਂ ਇੰਨਾ ਵੱਡਾ ਪਾਪ ਕਰ ਸਕਦੇ ਆ। ਕੀਏ ਕੁਕਰਮ ਜਸ ਤਸ ਦੁਖ ਭਰੈ, ਹਮੈ ਲਿਪਾਈ ਮਾਨ ਕਿਮ ਕਰੈ। ਜਿਹੋ ਜੇ ਕਰਮ ਕੀਤੇ ਐ ਨਾ, ਹੁਣ ਫਲ ਵੀ ਭੋਗ ਸਾਨੂੰ ਨਾ ਲਬੇੜ ਕਹਿੰਦਾ। ਗੱਜ ਕੇ ਆਖੋ। ਜਹਾਂਗੀਰ ਪਰਾਂ ਹੋ ਗਿਆ ਜੀ, ਇਹਦੇ ਤੋਂ ਲੰਬੇ ਹੋ ਗਿਆ। ਫਿਰ ਮੇਰੀ ਬੇਨਤੀ ਜੀ, ਗੁਰੂ ਦੀ ਬਾਣੀ ਸਦਾ ਹੀ ਵਰਤਦੀ ਹੈ। ਪਾਪ ਕਰਨ ਵਾਲੇ ਦਾ ਕੋਈ ਵੀ ਸਾਥੀ ਨਹੀਂ ਹੁੰਦਾ ਜੀ। ਇਸ ਕਰਕੇ ਮਹਾਰਾਜ ਬਾਣੀ ਚ ਕਹਿੰਦੇ ਨਰ ਅਚੇਤ ਪਾਪ ਤੇ ਡਰ ਰੇ। ਪਾਪ ਤੋਂ ਡਰਿਆ ਕਰ, ਡਰਿਆ ਕਰ, ਜਿੰਨਾ ਹੋ ਸਕੇ ਉਹਨਾਂ ਡਰਿਆ ਕਰ। ਹੁਣ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਗੁਰੂ ਅਰਜਨ ਸਾਹਿਬ ਬੈਠੇ ਆ, ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਬੈਠੇ ਆ, ਨਹੀਂ ਚੰਦੂ ਦੀ ਕੋਈ ਗਵਾਹੀ ਭਰ ਰਿਹਾ ਜੀ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਬਾਹਰ ਕੁਟਿਲ ਇਮ ਬਾਤ ਬਨਾਈ, ਕਹਿਤ ਦੇਸ਼ ਮੈਂ ਨਰ ਸਮੁਦਾਈ। ਤਿਸ ਤੇ ਸੁਨ ਮੈਂ ਤੁਮੈ ਸੁਨਾਈ, ਲੈ ਆਇਸ ਕੋ ਲਿਏ ਬੁਲਾਈ। ਕਹਿਣ ਲੱਗਾ ਤੇਰੀਆਂ ਹੀ ਗੱਲਾਂ ਸੁਣ ਸੁਣ ਕੇ ਮੈਂ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਕੋਲ ਬੁਲਾਇਆ ਸੀਗਾ। ਤੂੰ ਹੀ ਕਹਿਣਾ ਸਾਂ ਵੀ ਉਹਨਾਂ ਨੂੰ ਸੱਦੋ। ਹਾਂਜੀ। ਸੁਨਤ ਸ਼ਾਹੋ ਕੋ ਪਿਓ ਕਹਿ ਬਾਣੀ, ਰੇ ਮਤ ਮੰਦ ਨ ਸਕੈ ਪਛਾਨੀ। ਗੱਜ ਕੇ ਆਖੋ। ਚੰਦੂ ਕਹਿੰਦਾ ਜੀ ਮੈਂ ਕੱਲਾ ਥੋੜੀ ਕਹਿਣਾ ਸਾਂ, ਸਾਰਾ ਦੇਸ਼ ਹੀ ਇਹ ਗੱਲ ਕਹਿੰਦਾ ਸੀ ਵੀ ਮਹਾਰਾਜ ਨੇ ਚੋਰ ਰੱਖੇ। ਜਹਾਂਗੀਰ ਨੂੰ ਚੜ ਗੁੱਸਾ ਗਿਆ ਜੀ। ਉਹ ਕਹਿੰਦਾ ਰੇ ਮਤ ਮੰਦ ਨਾ ਸਕਹਿ ਪਛਾਨਿਓ। ਕਹਿੰਦਾ ਉਹ ਮੂਰਖਾ ਚੁੱਪ ਹੋ ਜਾ, ਕਹਿੰਦਾ ਤੈਨੂੰ ਅਕਲ ਹੀ ਨਹੀਂ ਹੈਗੀ। ਕਹਿੰਦਾ ਹਾਂਜੀ। ਸਰਬ ਜਗਤ ਦਰਸ਼ਨ ਕੋ ਜਾਵੈ। ਜਗਤ ਨੇ ਕਿੱਥੋਂ ਉਹਨਾਂ ਬਾਰੇ ਮਾਰਾ ਕਹਿਣਾ, ਜਗਤ ਤੇ ਉਹਨਾਂ ਦੇ ਦਰਸ਼ਨ ਕਰਨ ਜਾਂਦਾ ਸੀਗਾ। ਤਰਹਿ ਉਪਾਇਨ ਸੀਸ ਨਿਵਾਵੈ। ਉਹ ਤੇ ਮੱਥਾ ਟੇਕ ਟੇਕ ਕੇ ਭੇਟਾਵਾਂ ਰੱਖਦੇ ਸਨ। ਰੂਪ ਅਸੰਭਵ ਦੋਸ਼ ਵਿਸਾਲਾ। ਤੇ ਜਿਹੜੇ ਤੂੰ ਮਹਾਰਾਜ ਤੇ ਦੋਸ਼ ਲਾਏ ਨਾ, ਝੂਠੇ ਲਾਏ ਸੀਗੇ। ਸਤਿਗੁਰ ਕੇ ਸੰਗ ਕੀਨ ਕੁਚਾਲਾ, ਅਬ ਲੋ ਛਲ ਕੀ ਰਚ ਚਤੁਰਾਈ। ਡਰਤ ਨਹੀਂ ਦਵਾ ਲੋਕ ਸਜਾਈ। ਗੱਜ ਕੇ ਆਖੋ। ਕਹਿੰਦਾ ਹੁਣ ਵੀ ਨਹੀਂ ਤੂੰ ਡਰ ਰਿਹਾ, ਹੁਣ ਵੀ ਤੂੰ ਝੂਠ ਬੋਲ ਰਿਹਾ, ਤੈਨੂੰ ਦੋਵਾਂ ਲੋਕਾਂ 'ਚ ਸਜ਼ਾ ਮਿਲਣੀ। ਹਾਂਜੀ। ਮਮ ਪ੍ਰਾਨਨ ਕੇ ਗੁਰ ਰਖਵਾਰੇ, ਪਰਤ ਬਿਗਨ ਗਨ ਸਗਲ ਨਿਵਾਰੇ। ਮੇਰੇ ਪ੍ਰਾਣਾਂ ਦੇ ਰਾਖੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੈ।
ਬੜੇ ਵਿਘਨ ਪੈ ਗਏ ਸਨ। ਹਾਂਜੀ, ਤਿਨ ਕੇ ਸਾਥ ਬੈਰ ਤੈਂ ਬਾਂਗਾ, ਤੂੰ ਉਹਨਾਂ ਨਾਲ ਵੀ ਵੈਰ ਪਾਇਆ ਹੋਇਆ ਕਹਿੰਦਾ। ਹਾਂਜੀ, ਪ੍ਰਾਨ ਹਾਨ ਲਓ ਦੀਨਸ ਬਾਂਧਾ, ਮੇਰੇ ਪ੍ਰਾਣ ਨਾਸ ਹੋ ਜਾਣੇ ਸਨ, ਗੁਰੂ ਜੀ ਨੇ ਰੋਕੇ। ਹਾਂਜੀ, ਇਮ ਕਹਿ ਸਤਿਗੁਰ ਸੋ ਪੁਨ ਕਹਿਓ, ਇਹ ਅਪਰਾਧੀ ਨਿਰਣੈ ਤਹਿਓ। ਹਾਂਜੀ, ਕਰੋ ਸੰਭਾਰਨ ਬਦਲਾ ਲੀਜੈ, ਕਰਿਓ ਕੁਕਰਮ ਜਥਾ ਫਲ ਦੀਜੈ। ਰੱਜ ਕੇ ਆਖੋ। ਤੇ ਪਾਪੀ ਫਿਰ ਹੱਥ ਆ ਗਿਆ ਜੀ, ਚੰਦੂ ਪਾਪੀ ਹੱਥ ਆ ਗਿਆ। ਜਹਾਂਗੀਰ ਨੇ ਖੁਦ ਕਹਿ ਦਿੱਤਾ, ਕਹਿੰਦਾ ਮਹਾਰਾਜ ਫੜ ਲਓ ਤੁਹਾਡਾ ਦੋਸ਼ੀ, ਤੇ ਜੋ ਜੀ ਕਰਦਾ ਇਹਦੇ ਨਾਲ ਕਰੋ। ਕਹਿੰਦੇ ਜੋ ਤੁਹਾਡਾ ਜੀ ਕਰਦਾ ਉਹੀ ਇਹਦੇ ਨਾਲ ਕਰੋ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਏਗੀ। ਤੇ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ ਹੋਣੀ ਤਾਂ ਅੱਗੇ ਹੀ ਚਾਹੁੰਦੇ ਵੀ ਇਹਨੂੰ ਛਿੱਤਰ ਫੇਰੇ ਜਾਣ। ਉਹ ਤੇ ਕੁੱਟਦੇ ਸਨ ਇਹਨੂੰ, ਉਹ ਤੇ ਚਾਹੁੰਦੇ ਸਨ ਇਹਨੂੰ ਕੁੱਟਣਾ। ਕਿਉਂ? ਉਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਸਾਧ ਸੰਗਤ ਜੀ। ਹਾਂਜੀ, ਮਿਹਰਵਾਨਗੀ ਮੋ ਪਰ ਧਰੀਐ, ਪੁਨਹ ਪਰਲੋਕ ਨਾ ਬੂਝਨ ਕਰੀਐ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ, ਮਹਾਰਾਜ ਇਹ ਕਿਰਪਾ ਕਰਿਓ, ਮੇਰੇ ਤੇ ਮਿਹਰ ਰੱਖਿਓ, ਮੈਨੂੰ ਦਰਗਾਹ 'ਚ ਨਾ ਜਾ ਕੇ ਪੁੱਛਿਓ। ਸੁਨ ਸ਼੍ਰੀ ਹਰਗੋਬਿੰਦ ਵਿਚਾਰੇ, ਵਿਧਿਆ ਜੇਠਾ ਨਿਕਟ ਹਕਾਰੇ। ਸਤਿਗੁਰੂ ਨੇ ਆਪਣੇ ਪਿਆਰੇ ਸਿੱਖਾਂ ਨੂੰ ਸੱਦਿਆ ਜੀ, ਬਾਬਾ ਬਿਧੀ ਚੰਦ ਜੀ ਨੂੰ ਸੱਦਿਆ। ਅੱਜ ਬਾਬਾ ਬਿਧੀ ਚੰਦ ਜੀ ਦੀ ਬਰਸੀ ਹੈ ਜੀ। ਬਾਬਾ ਬਿਧੀ ਚੰਦ ਜੀ ਨੂੰ ਸੱਦਿਆ, ਭਾਈ ਜੇਠਾ ਜੀ ਨੂੰ ਸੱਦਿਆ ਲੱਗੇ। ਕਹਿਓ ਗਾਹੋ ਅਬ ਦ੍ਰਿੜ ਗੁਰ ਦਰੋਹੀ। ਮਹਾਰਾਜ ਕਹਿੰਦੇ ਫੜ ਲੋ ਗੁਰੂ ਦਰੋਹੀ ਤੇ ਕਹਿਣ ਲੱਗੇ, ਫੜ ਲੋ ਇਹਨੂੰ। ਹਾਂਜੀ, ਆਪਣੋ ਬੈਰ ਲਿਹੋ ਇਹ ਧਰੋਹੀ। ਕਰ ਲੋ ਹਿਸਾਬ ਕਿਤਾਬ ਪੂਰਾ। ਮਹਾਰਾਜ ਕਹਿੰਦੇ ਇਹਦੇ ਨਾਲ ਹਿਸਾਬ ਕਿਤਾਬ ਪੂਰਾ ਕਰੋ ਹੁਣ। ਸੁਨਤ ਸ਼ੀਘ੍ਰ ਹੀ ਗਹਿ ਦੇ ਬਾਹੂ। ਉਸੇ ਵੇਲੇ ਇਧਰੋਂ ਬਾਬਾ ਬਿਧੀ ਚੰਦ ਜੀ ਨੇ ਫੜ ਲਈ, ਉਧਰੋਂ ਭਾਈ ਜੇਠਾ ਜੀ ਨੇ ਫੜ ਲਈ। ਵਹਿਰ ਦੁਰਗ ਤੇ ਆਨਿਓ ਤਾਹੂ। ਗੱਜ ਕੇ ਆਖੋ। ਤੇ ਲੈ ਆਏ ਜੀ ਫਿਰ ਬਾਹਰ ਇਹਨੂੰ। ਹਾਂਜੀ, ਖਰੋ ਕਰਿਓ ਸਿਰ ਪਾਗ ਉਤਾਰੀ। ਖੜੇ ਕਰਕੇ ਉਹਦੇ ਸਿਰ ਦੀ ਪੱਗ ਲਾਈ ਜੀ। ਫਿਰ ਕਈ ਕਹਿੰਦੇ ਜੀ ਇਹ ਕਿਉਂ? ਸੰਗਤ ਜੀ ਇਸ ਦੁਸ਼ਟ ਦੀ ਕਾਦੀ ਪੱਗ ਹੈਗੀ? ਹਾਂਜੀ, ਹੁਣ ਕੱਲ ਪਰਸੋਂ ਜਿਹਨੇ ਕੇਸਗੜ੍ਹ ਸਾਹਿਬ ਕੁਕਰਮ ਕੀਤਾ, ਉਹਨੇ ਪੱਗ ਬੰਨੀ ਹੋਵੇ ਤਾਂ ਦੱਸੋ ਉਹਦੀ ਕਾਦੀ ਪੱਗ ਹੈਗੀ? ਪੱਗ ਲਾ ਦਿੱਤੀ ਸਿੱਖਾਂ ਨੇ ਜੀ। ਹਾਂਜੀ, ਗਾਡੀ ਮੁਸ਼ਕਾਂ ਦ્વੈ ਤਿਸ ਬਾਰੀ। ਔਰੀਆਂ ਮੁਸ਼ਕਾਂ ਬੰਨ ਲੀਆਂ ਜੀ, ਦੋਵੇਂ ਹੱਥ ਪਿਛਾਂ ਬੰਨ ਦਿੱਤੇ। ਹਾਂਜੀ, ਕੂਰ ਕੁਪੱਤਾ ਸੁਦ੍ਰਿਸ਼ ਕੁੱਤਾ, ਕਾਢ ਚਰਨ ਤੇ ਮਾਰਿਓ ਜੁੱਤਾ। ਕੂਰ ਕੁਪੱਤਾ ਸਦ੍ਰਿਸ਼ ਕੁੱਤਾ। ਗੱਜ ਕੇ ਆਖੋ ਵਾਹ। ਇਹ ਬਾਬਾ ਬਿਧੀ ਚੰਦ ਜੀ ਕਹਿੰਦਾ ਕੁਪੱਤਿਆ, ਉਹ ਕੁੱਤਿਆ। ਫਿਰ ਜਦੋਂ ਤੁਹਾਨੂੰ ਪਤਾ ਪੰਜਾਬੀ ਫਿਰ ਗਾਲਾਂ ਕੱਢਦੇ ਹੈ, ਕੁੱਤਾ ਨਾ ਹੋਵੇ ਤੇ ਕਹਿਣ ਲੱਗੇ। ਲਾਈ ਆਪਣੇ ਚਰਨਾਂ ਦਾ ਜੋੜਾ ਲਾਇਆ ਗੁਰਸਿੱਖਾਂ ਨੇ, ਕਾਢ ਚਰਨ ਤੇ ਮਾਰਿਓ ਜੁੱਤਾ। ਪੱਗ ਲਾ ਕੇ ਚਰਨਾਂ ਦਾ ਜੋੜਾ ਕੱਢ ਕੇ ਦੁਸ਼ਟ ਦੇ ਸਿਰ ਵਿੱਚ ਮਾਰਿਆ। ਜੇ ਉਮਰਾਵ ਸਹਾਇਕ ਹੁਤੇ, ਚੱਲਿਓ ਨਾ ਬਸ ਚਿੰਤਾ ਚਿਤ ਜੁੱਤੇ। ਜਿਹੜੇ ਚੰਦੂ ਦੇ ਪੱਖੀ ਸਨ ਨਾ, ਚੰਦੂ ਨੂੰ ਬਚਾਉਣ ਵਾਲੇ, ਚੰਦੂ ਦੇ ਪੱਖੀ, ਚੰਦੂ ਦੇ ਵੱਲ ਦੀ ਗੱਲ ਕਰਦੇ ਸਨ, ਉਹਨਾਂ ਦਾ ਵੀ ਵਸ ਨਹੀਂ ਚੱਲਿਆ। ਚੰਦੂ ਦੇ ਬੰਦਿਆਂ ਦੇ ਸਾਹਮਣੇ ਚੰਦੂ ਦੇ ਸਿਰ 'ਚ ਜੁੱਤੀਆਂ ਵੱਜ ਰਹੀਆਂ ਨੇ ਜੀ। ਹਾਂਜੀ, ਕਹਾਂ ਜਿਤਕ ਇਹ ਸ਼ਾਹ ਦੀਵਾਨ, ਕਿਮ ਜਾਟਨ ਗਹਿ ਲੀਨੋ ਪਾਨ। ਅੱਜ ਕੇ ਆਖੋ। ਕਹਿੰਦੇ ਵੇਖੋ ਵੇਖੋ ਬਾਦਸ਼ਾਹ ਦਾ ਦੀਵਾਨ ਸੀ, ਜੱਟਾਂ ਦੇ ਹੱਥ ਆ ਗਿਆ। ਐ ਲੰਮੇ ਚੌੜੇ ਸਰੀਰ ਸੀ, ਜੱਟ ਭਾਵ ਜਾਤ ਨਾ ਲੈ ਲਿਓ, ਕਿਸਾਨ ਸੰਸਾਰੇ। ਕਹਿੰਦੇ ਹੁਣ ਆਇਆ ਹੀ ਹੱਥ ਫਿਰ। ਹਾਂਜੀ, ਭਈ ਸ਼ਾਹ ਕੀ ਖਫਗੀ ਕੈਸੇ, ਜਿਸ ਤੇ ਕਰੀ ਦਸ਼ਾ ਇਹ ਐਸੇ। ਲੋਕ ਕਹਿੰਦੇ ਚੰਦੂ ਤੇ ਬਾਦਸ਼ਾਹ ਦਾ ਪਿਆਰਾ ਹੀ ਬੜਾ ਸੀ, ਪਤਾ ਨਹੀਂ ਕੀ ਗੱਲ ਬਣੀ ਹੈ, ਬਾਦਸ਼ਾਹ ਇੱਕਦਮ ਹੀ ਨਾਰਾਜ਼ ਹੋ ਗਿਆ। ਕੋ ਆਛੇ ਮਾਨੇ ਕੋ ਬੁਰੋ, ਨਰ ਸਮੁਦਾਏ ਆਨ ਕਰ ਜੁਰੋ। ਉਸੇ ਹੀ ਜਿਹੜੇ ਕਿਲੇ ਦੇ ਲਾਗੇ ਲਾਗੇ ਪਹਿਰੇਦਾਰ ਸਨ ਜਾਂ ਹੋਰ ਸਨ, ਕਈ ਤਾਂ ਕਹਿੰਦੇ ਚੰਗਾ ਹੋਇਆ ਇਹਨੂੰ ਜੁੱਤੀਆਂ ਹੀ ਵੱਜਣੀਆਂ ਚਾਹੀਦੀਆਂ, ਤੇ ਜਿਨ੍ਹਾਂ ਨੂੰ ਪਤਾ ਨਹੀਂ ਆ ਉਹ ਕਹਿੰਦੇ ਜੀ ਬੜਾ ਬੁਰਾ ਹੋਇਆ ਜੀ, ਬੜਾ ਬੁਰਾ ਹੋਇਆ, ਇੰਜ ਨਹੀਂ ਸੀ ਹੋਣਾ ਚਾਹੀਦਾ।
ਕਰਦਿਆਂ ਕਰਦਿਆਂ ਮਨੁੱਖ ਇਕੱਠੇ ਹੋ ਗਏ। ਸ਼ਾਹ ਸੰਗ ਸਤਿਗੁਰੂ ਬਖਾਨਾ, ਅਬ ਹਮ ਡੇਰੇ ਕਰੇ ਪਿਆਨਾ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਸੱਚੇ ਪਾਤਸ਼ਾਹ ਜਹਾਂਗੀਰ ਨੂੰ ਕਹਿੰਦੇ ਚੰਗਾ ਬਾਦਸ਼ਾਹ, ਅਸੀਂ ਹੁਣ ਚੱਲਦੇ ਆਂ। ਗੱਜ ਕੇ ਆਖੋ। ਬਾਦਸ਼ਾਹ ਦਾ ਮਸਲਾ ਵੀ ਹੱਲ ਹੋ ਗਿਆ, ਮਹਾਰਾਜ ਬਾਹਰ ਆ ਗਏ ਤੇ ਸਤਿਗੁਰੂ ਜਿਸ ਕੰਮ ਲਈ ਆਏ ਸੀ ਉਹ ਕੰਮ ਵੀ ਹੋ ਗਿਆ ਜੀ। ਦੁਸ਼ਟ ਨੂੰ ਸਜ਼ਾ ਦੇਣ ਆਏ ਸਨ, ਫੜਿਆ ਗਿਆ ਜੀ। ਜੋ ਅਪਰਾਧੀ ਵੱਡੋ ਹਮਾਰਾ, ਦੇਕਰ ਆਪਣੋ ਦੋਸ਼ ਉਤਾਰਾ। ਜਿਹੜਾ ਵੱਡਾ ਅਪਰਾਧੀ ਸੀ ਨਾ, ਉਹ ਤੂੰ ਸਾਨੂੰ ਦੇ ਦਿੱਤਾ, ਤੇਰਾ ਦੋਸ਼ ਉਤਰ ਗਿਆ। ਜਹਾਂਗੀਰ ਕਹੈ ਜਿਮ ਮਨ ਭਾਵੈ, ਕਰੋ ਆਪ ਹਮ ਤਿਮ ਸੁਖ ਪਾਵੈ। ਜਹਾਂਗੀਰ ਕਹਿੰਦਾ ਮਹਾਰਾਜ ਹੁਣ ਜੋ ਜੀ ਚਾਹੁੰਦਾ ਕਰਿਓ, ਕਹਿਣ ਲੱਗਾ ਕੋਈ ਪੈਰਵਾਈ ਨਹੀਂ ਕਰੇਗਾ ਚੰਦੂ ਦੀ। ਖੁਸ਼ੀ ਦੀਨ ਉਠ ਬਾਹਰ ਆਏ, ਮਹਾਰਾਜ ਨੇ ਫਿਰ ਬਾਦਸ਼ਾਹ ਨੂੰ ਖੁਸ਼ੀ ਵੀ ਦਿੱਤੀ ਤੇ ਸਤਿਗੁਰੂ ਬਾਹਰ ਆ ਗਏ। ਚੜੇ ਤੁਰੰਗ ਦੁਰਗ ਨਿਕਸਾਏ, ਘੋੜੇ ਤੇ ਚੜ ਗਏ ਮੇਰੀ ਪੀਰੀ ਦੇ ਮਾਲਕ ਤੇ ਸਾਧ ਸੰਗਤ ਜੀ। ਚੜੇ ਤੁਰੰਗ ਦੁਰਗ ਨਿਕਸਾਏ, ਕਿਲੇ ਚੋਂ ਬਾਹਰ ਆਏ। ਪਿਖ ਜੇਠੇ ਕੋ ਕਹਿਓ ਰਿਸਾਏ, ਵਿੱਚ ਬਾਜ਼ਾਰ ਕੇ ਇਸ ਕੋ ਲਿਆਏ। ਤੇ ਮਹਾਰਾਜ ਜਦੋਂ ਬਾਹਰ ਆਏ ਤੇ ਬਾਹਰ ਉਹਨੂੰ ਫੜਿਆ ਸੀ, ਜੁੱਤੀਆਂ ਮਾਰਦੇ ਸਨ। ਮਹਾਰਾਜ ਭਾਈ ਜੇਠਾ ਜੀ ਨੂੰ ਵੇਖ ਕੇ ਨਾ ਕਹਿਣ ਲੱਗੇ ਵੀਰ ਰਸ ਚ ਕਿਹਾ। ਮਹਾਰਾਜ ਕਹਿੰਦੇ ਇਸ ਦੁਸ਼ਟ ਨੂੰ ਫੜ ਕੇ ਬਾਜ਼ਾਰ ਚ ਲੈ ਕੇ ਆਓ, ਕਹਿਣ ਲੱਗੇ। ਹਾਂਜੀ। ਗੁਰ ਸਿੱਖਨ ਸੰਗ ਹੁਕਮ ਉਚਾਰੋ, ਪਨਹੀ ਪਾਂਚ ਪਾਂਚ ਸਮਾਰੋ। ਗੁਰੂ ਦੇ ਸਿੱਖਾਂ ਨੂੰ ਸਾਰਿਆਂ ਨੂੰ ਸਾਡਾ ਹੁਕਮ ਸੁਣਾ ਦਿਓ। ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ, ਸਾਰੇ ਚੰਦੂ ਦੇ ਸਿਰ 'ਚ 5-5 ਜੁੱਤੀਆਂ ਮਾਰੋ। ਇਹ ਗੁਰੂ ਦਾ ਹੁਕਮ ਹੈ, ਮੰਨਣਾ ਹੀ ਪੈਣਾ। ਕਈ ਵਿਚਾਰੇ ਦਿਆਲੂ ਜੇ ਹੁੰਦੇ, ਨਾ ਜੀ ਨਾ ਇਹ ਕੰਮ ਨਹੀਂ, ਹੁਣ ਗੁਰੂ ਦਾ ਹੁਕਮ ਹੈ, ਜੁੱਤੀਆਂ ਤੇ ਮਾਰਨੀਆਂ ਪੈਣੀਆਂ। ਤੇ ਕਈ ਸਾਡੇ ਵਰਗੇ ਪਹਿਲਾਂ ਹੀ ਤਿਆਰ ਹੁੰਦੇ ਇਸ ਗੱਲ ਵਾਲੇ, ਇਹੋ ਜਿਹਾ ਹੁਕਮ ਤੇ ਭਾਲਦੇ ਆ ਵੀ ਕਿਸੇ ਨੂੰ ਕੁੱਟਣ ਦਾ ਮਹਾਰਾਜ ਹੁਕਮ ਕਰਨ ਸਹੀ ਜੀ ਕਰੇ। ਹਾਂਜੀ। ਜੂਤਨ ਕੀ ਬਰਖਾ ਸਿਰ ਹੋਵੇ। ਵਾਹ ਜੀ ਵਾਹ। ਮਹਾਰਾਜ ਕਹਿੰਦੇ ਇਹਦੇ ਸਿਰ ਵਿੱਚ ਤਾਂ ਜੁੱਤੀਆਂ ਦਾ ਮੀਂਹ ਪੈਣਾ ਚਾਹੀਦਾ ਹੈ। ਸਨੇ ਸਨੇ ਆਨੋ ਸਭ ਜੋਵੈ, ਹੌਲੀ ਹੌਲੀ ਲਈ ਜਾਵੋ, ਜੁੱਤੀਆਂ ਮਰਵਾਵੋ ਇਹਦੇ ਸਿਰ ਵਿੱਚ। ਏਮ ਕਹਿ ਗੁਰੂ ਤੁਰੰਗ ਚਲਾਇਓ, ਇਹ ਕਹਿ ਕੇ ਸਤਿਗੁਰੂ ਆਪ ਘੋੜੇ ਤੇ ਬੈਠੇ ਘੋੜਾ ਤੋਰ ਲਿਆ। ਪਾਛੇ ਜੇਠਾ ਦੇਖ ਸਮੁਦਾਇਓ, ਤੇ ਪਿੱਛੇ ਭਾਈ ਜੇਠਾ ਜੀ, ਬਾਬਾ ਵਿਧੀ ਚੰਦ ਜੀ, ਭਾਈ ਪੈੜਾ ਜੀ, ਪਿਰਾਣਾ ਜੀ, ਸਾਰੇ ਮਗਰ ਮਗਰ ਹਨ। ਨਗਨ ਸੀਸ ਚੰਦੂ ਕੋ ਕਰਕੇ, ਚੰਦੂ ਦਾ ਸਿਰ ਨੰਗਾ ਕਰਕੇ, ਡਾਰੀ ਖਾਕ ਮੁਸ਼ਟ ਭਰ ਭਰ ਕੇ। ਸਾਧ ਸੰਗਤ ਜੀ ਉਹਦੇ ਸਿਰ ਤੇ ਮਿੱਟੀ ਵੀ ਪਾਈ। ਕਹਿੰਦੇ ਨਾ ਇਹਦੇ ਸਿਰ 'ਚ ਮਿੱਟੀ ਪੈ ਗਈ। ਗੱਜ ਕੇ ਆਖੋ। ਤਾਂ ਚੰਦੂ ਦੇ ਸਿਰ 'ਚ ਤੇ ਸੱਚੀ ਪਈ। ਹਾਂਜੀ। ਹਾਥ ਵਿਖੈ ਪਨਹੀ ਗਹਿਲੀਨੇ, ਹੱਥ ਵਿੱਚ ਆਪਣਾ ਜੋੜਾ ਲਾ ਕੇ ਪਹਿਲਾਂ ਹੀ ਫੜ ਲੈਂਦੇ ਸਿੱਖ ਜੀ। ਹਾਂਜੀ। ਜਹਾਂ ਨਰਨ ਕੇ ਗਨ ਬਹੁ ਚੀਨੇ, ਤੇ ਸਾਧ ਸੰਗਤ ਜੀ ਜਿੱਥੇ ਲੋਕ ਇਕੱਠੇ ਹੋ ਜਾਂਦੇ ਸਨ ਜੁੱਤੀਆਂ ਫੜ ਕੇ, ਤਹਾਂ ਕਹੈ ਮੁਖ ਊਚ ਪੁਕਾਰ, ਇਹ ਗੁਰ ਦਰੋਹੀ ਕੈ ਸਿਰ ਮਾਰ। ਤੇ ਭਾਈ ਜੇਠਾ ਜੀ ਕਹਿੰਦੇ ਆ ਚ ਦੁਸ਼ਟ ਚੰਦੂ, ਗੁਰੂ ਘਰ ਦਾ ਦਰੋਹੀ, ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ, ਇਹਦੇ ਸਿਰ ਤੇ ਸਾਰੇ 5-5 ਜੁੱਤੀਆਂ ਮਾਰੋ। ਹਾਂਜੀ। ਜੋ ਸਤਿਗੁਰ ਕੋ ਸਿੱਖ ਕਹਾਵੇ, ਭਾਈ ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਨਾ ਵੀ ਮੈਂ ਗੁਰੂ ਦਾ ਸਿੱਖ ਹਾਂ, ਪਨਹੀ ਪੰਚ ਦੁਸ਼ਟ ਕੋ ਲਾਵੇ, ਉਹ ਫਿਰ ਇਸ ਦੁਸ਼ਟ ਦੇ ਸਿਰ 'ਚ 5 ਜੁੱਤੀਆਂ ਮਾਰੇ। ਗੱਜ ਕੇ ਆਖੋ। ਤੇ ਸਾਡੇ ਵਰਗਾ ਹੁੰਦਾ ਤੇ ਭਾਵੇਂ 5 ਦੀ ਥਾਂ ਤੇ 5000 ਮਾਰਦਾ ਜੀ। ਹਾਂਜੀ। ਦੁਸ਼ਟ ਨੇ ਕੰਮ ਹੀ ਉਹੋ ਜਿਹਾ ਕੀਤਾ। ਹਾਂਜੀ। ਜਬ ਸੰਗਤ ਮਹਿ ਸੁਧ ਅਸ ਪਾਈ, ਜਦੋਂ ਸੰਗਤ ਵਿੱਚ ਇਹ ਖਬਰ ਫੈਲ ਗਈ, ਗਹਿ ਚੰਦੂ ਕੀ ਮੁਸ਼ਕ ਚੜਾਈ, ਤੇ ਪਤਾ ਲੱਗਾ ਵੀ ਚੰਦੂ ਦੀਆਂ ਮੁਸ਼ਕਾਂ ਕੱਸ ਲੀਆਂ, ਹੱਥ ਬੰਨ ਲਏ। ਧਾਏ ਮਨਹੁ ਆਨੰਦ ਕੋ ਲੂਟਨ, ਕਹਿੰਦੇ ਫਿਰ ਐ ਆਏ ਜਿਵੇਂ ਖਜ਼ਾਨਾ ਪਿਆ ਹੁੰਦਾ ਤੇ ਲੁੱਟਣਾ ਹੁੰਦਾ ਨਾ, ਇੰਜ ਸਿੱਖ ਭੱਜੇ ਭੱਜੇ ਆਏ ਉਹਨੂੰ ਕੁੱਟਣ ਵਾਸਤੇ, ਜੁੱਤੀਆਂ ਮਾਰਨ ਵਾਸਤੇ। ਗੁਰ ਦਰੋਹੀ ਕੇ ਸਿਰ ਕੋ ਕੂਟਨ, ਦੁਸ਼ਟ ਦੇ ਸਿਰ 'ਚ ਜੁੱਤੀਆਂ ਮਾਰਨ ਦੀ ਫਿਰ ਭੱਜੇ ਭੱਜੇ ਖੁਸ਼ੀ ਦੇ ਨਾਲ ਆਏ। ਸ਼ਾਹ ਦੀਵਾਨ ਜਾਨ ਕੁਛ ਡਰੇ, ਬਾਦਸ਼ਾਹ ਦਾ ਦੀਵਾਨ ਜਾਣ ਕੇ ਕਈ ਡਰਦੇ ਵੀ ਸਨ ਵੀ ਬਾਦਸ਼ਾਹ ਨਾ ਕੁਝ ਆਖੇ ਬਾਅਦ ਚੋਂ। ਪਨਹੀ ਹਾਥ ਛੁਪਾਵਨ ਕਰੇ, ਤੇ ਉਹ ਆਪਣੀ ਜੁੱਤੀ ਛੁਪਾ ਵੀ ਲੈਂਦੇ ਆ ਕਈ।
ਹਾਂਜੀ ਦੁਸ਼ਟ ਬਚਾਏ ਕਿ ਹੋਏ ਪਿਸ਼ਾਰੀ। ਦ੍ਰਿਸ਼ਟ ਬਚਾਏ ਕੇ ਹੋਏ ਪਛਾਈ। ਤੇ ਚੰਦੂ ਨੂੰ ਪਤਾ ਨਾ ਲੱਗੇ ਪਿੱਛੋਂ ਦੀ ਹੋ ਕੇ ਜੁੱਤੀਆਂ ਮਾਰਦੇ ਆ, ਪਤਾ ਹੀ ਨਾ ਲੱਗੇ ਕਿਹੜਾ ਜੁੱਤੀਆਂ ਮਾਰ ਗਿਆ। ਬਲ ਤੇ ਕਰਹਿ ਜੁੱਤ ਗਨ ਮਾਰੀ। ਆਖੋ ਗੱਜ ਕੇ। ਵਾਹਿਗੁਰੂ। ਸੰਗਤ ਜੀ ਉਹਨੂੰ ਜੁੱਤੀਆਂ ਪੈ ਰਹੀਆਂ, ਤੁਸੀਂ ਗੱਜ ਕੇ ਨਹੀਂ ਬੋਲ ਰਹੇ। ਗੱਜ ਕੇ ਆਖੋ ਸਾਰੇ। ਕਈ ਤੇ ਫਿਰ ਬਹੁਤੀ ਜ਼ੋਰ ਦੀ ਜੁੱਤੀ ਮਾਰਦੇ ਜੀ ਉਹਨੂੰ ਜੀ, ਬਹੁਤੀ ਜ਼ੋਰ ਦੀ। ਤੇ ਤੁਸੀਂ ਸਮਝੋ ਜਿੰਨਾ ਜ਼ੋਰ ਜੁੱਤੀ ਮਾਰਨ ਨੂੰ ਲਾਉਣਾ ਉਹਨਾਂ ਵਾਹਿਗੁਰੂ ਕਹਿਣ ਚ ਲਾ ਦਿਓ ਜੀ, ਗੱਜ ਕੇ ਕਹਿ ਦਿਓ ਜੀ ਵਾਹਿਗੁਰੂ। ਬਹੁਤ ਜ਼ੋਰ ਦੀ ਜੁੱਤੀ ਮਾਰਦੇ ਆ। ਆਏ ਚੌਂਪ ਤੇ ਹਰਖ ਕਰਨ ਤੇ ਸਾਧ ਸੰਗਤ ਜੀ ਆਏ ਚੌਂਪ ਤੇ ਹਰਖ ਕਰਨ ਤੇ ਬੜੇ ਚਾਅ ਨਾਲ ਆਉਂਦੇ ਆ, ਖੁਸ਼ ਹੋ ਕੇ ਆਉਂਦੇ ਆ ਸਿੱਖ। ਸਿਰ ਚੰਦੂ ਕੇ ਜੂਤ ਹਨੰਤੇ। ਚੰਦੂ ਦੇ ਸਿਰ 'ਚ ਜੁੱਤੀਆਂ ਮਾਰੀ ਜਾਂਦੇ ਆ, ਮਾਰੀ ਜਾਂਦੇ ਆ। ਤਬ ਜੇਠੇ ਨੇ ਕਹਿਓ ਪੁਕਾਰੇ। ਤੇ ਫਿਰ ਭਾਈ ਜੇਠਾ ਜੀ ਕਹਿਣ ਲੱਗੇ ਇਸ ਤੇ ਕਹਾਂ ਤਰਾਸ ਅਬਤਾਰੇ। ਗੱਜ ਕੇ ਆਖੋ। ਕਹਿੰਦੇ ਅਜੇ ਨੇ ਹੋ ਇੰਜ ਨਹੀਂ ਡਰਨਾ, ਇਹਨੂੰ ਹੋਰ ਪੈਣੀਆਂ ਚਾਹੀਦੀਆਂ। ਹਾਂਜੀ ਸਤਿਗੁਰ ਹੁਕਮ ਕਰਹੁ ਇਸ ਮਾਰੇ। ਸਨੇ ਸਨੇ ਇਮ ਚੱਲ ਬਜਾਰੇ। ਜਿਹੜੇ ਡਰਦੇ ਸੀ ਨਾ ਚੰਦੂ ਤੋਂ, ਸਿੱਖਾਂ ਨੂੰ ਭਾਈ ਜੇਠੇ ਨੇ ਕਿਹਾ ਡਰਨ ਦੀ ਲੋੜ ਨਹੀਂ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ, ਮਾਰੋ। ਤੇ ਫਿਰ ਹੌਲੀ ਹੌਲੀ ਬਾਜ਼ਾਰ ਚੋਂ ਖੜਦੇ ਵੀ ਜੁੱਤੀਆਂ ਮਾਰ ਹੀ ਲੈਣ, ਚੰਗੀ ਤਰ੍ਹਾਂ ਮਾਰ ਹੀ ਲੈਣ। ਦੇਖੈ ਲੋਕ ਹਜ਼ਾਰੋਂ ਖਰੇ। ਹਜ਼ਾਰਾਂ ਲੋਕ ਖਲੋ ਕੇ ਤਮਾਸ਼ਾ ਵੇਖਦੇ ਆ। ਪਹੁੰਚਿਆ ਸਿੱਖ ਮਾਰ ਸਿਰ ਕਰੇ। ਸਿੱਖ ਜੁੱਤੀਆਂ ਮਾਰਦੇ ਆ, ਹੋਰ ਲੋਕ ਵੀ ਮਾਰਦੇ ਆ। ਹਾਂਜੀ ਸ਼ਮਸ ਸੇਤ ਤਨ ਬੈਸ ਵਿਸਾਲਾ। ਪਰੇ ਮਾਰ ਨਹਿ ਰਹਿ ਸੰਭਾਲਾ। ਦਾੜੀ ਚਿੱਟੀ ਹੈ, ਉਮਰ ਥੋੜੀ ਬਜ਼ੁਰਗ ਹੈ, ਮਾਰ ਪੈ ਰਹੀ ਹੈ, ਆਪਣੇ ਸਰੀਰ ਨੂੰ ਸਾਂਭ ਨਹੀਂ ਸਕਦਾ ਜੀ। ਪੁਰ ਕੀ ਨਾਰ ਅਰੂਢੀ ਉੱਚੇ। ਕੌਤਕ ਹੋਵਤ ਤਹਾਂ ਪਹੁੰਚੇ। ਦਿੱਲੀ ਦੀਆਂ ਬੀਬੀਆਂ ਜਿਹੜੀਆਂ ਸਨ ਕੋਠਿਆਂ ਤੇ ਚੜੀਆਂ, ਛੱਤਾਂ ਤੇ ਤਮਾਸ਼ਾ ਵੇਖਦੀਆਂ। ਹਾਂਜੀ ਕਰਨ ਕਰਤ ਬਿਲੋਕਨ ਨਰ ਗਨ ਨਾਰੀ। ਜੋ ਮਾਰੈ ਕੋ ਦੇਵਤ ਗਾਰੀ। ਤੇ ਸਾਧ ਸੰਗਤ ਜੀ ਉਹ ਫਿਰ ਸਾਰੇ ਇੱਕੋ ਹੀ ਕਹਿੰਦੇ ਮਾਰੋ ਛਿੱਤਰ ਮਾਰੋ, ਨਾਲੇ ਮਾਰਦੇ ਆ ਨਾਲੇ ਗਾਲਾਂ ਕੱਢਦੇ ਚੰਦੂ ਨੂੰ। ਕੋ ਮੁਖ ਉਪਰ ਜੂਤ ਬਜਾਵੇ। ਕਈ ਤੇ ਫਿਰ ਲੱਗਦੇ ਹੱਥ ਮੂੰਹ ਤੇ ਵੀ ਮਾਰ ਦਿੰਦੇ ਆ ਜੀ, ਗੱਜ ਕੇ ਆਖੋ। ਵਾਵਾ ਨੱਕ ਤੇ ਵੱਜਦੀਆਂ, ਮੱਥੇ ਤੇ ਵੱਜਦੀਆਂ, ਗੱਲਾਂ ਤੇ ਵੱਜਦੀਆਂ ਜੀ, ਜੁੱਤੀਆਂ ਦਾ ਮੀਂਹ ਪੈ ਗਿਆ ਜੀ ਉਹਦੇ ਤੇ। ਕਉ ਭਰ ਮੁਸ਼ਟ ਖਾਕ ਕੀ ਪਾਵੇ। ਕਈ ਤੇ ਫਿਰ ਉਹਦੇ ਸਿਰ 'ਚ ਨਾ ਮੁੱਠ ਭਰ ਭਰ ਕੇ ਰੇਤਾਂ ਦੀਆਂ, ਮਿੱਟੀ ਦੀਆਂ ਪਾ ਰਹੀਆਂ। ਮੁਸ਼ਕਾਂ ਦੇ ਕਰ ਪਗਰੀ ਸਾਥ। ਪੀਛੇ ਗਹੀ ਸੋ ਜੇਠੇ ਹਾਥ। ਉਹਦੀ ਪੱਗ ਨਾਲ ਉਹਦੀਆਂ ਦੋਵੇਂ ਬਾਹਾਂ ਬੰਨੀਆਂ ਸਨ ਜੀ, ਤੇ ਭਾਈ ਜੇਠਾ ਜੀ ਨੇ ਫੜੀਆਂ। ਹਾਂਜੀ ਆਗੇ ਕਰਿਓ ਚਲਤਪੁਰ ਮਾਹੀ। ਭਰਿਓ ਧੂਰ ਪਰਖਿਓ ਨਹਿ ਜਾਈ। ਸਾਧ ਸੰਗਤ ਜੀ ਫਿਰ ਮਿੱਟੀ ਇੰਨੀ ਇਹਦੇ ਮੱਥੇ ਤੇ ਇਹਦੇ ਮੂੰਹ ਤੇ ਲੱਗ ਗਈ ਵੀ ਪਛਾਣਿਆ ਹੀ ਨਹੀਂ ਜਾਂਦਾ, ਦੁਸ਼ਟ ਚੰਦੂ ਹੀ ਹੈ, ਪਛਾਣ ਜੀ ਨਹੀਂ ਆ ਰਿਹਾ। ਹਾਂਜੀ ਦੌਰ ਦੌਰ ਬਾਲਕ ਗਨ ਆਵੇ। ਤੁਹਾਨੂੰ ਪਤਾ ਫਿਰ ਬੱਚੇ ਵੀ ਵੇਖਣ ਵਾਸਤੇ ਆਉਂਦੇ ਆ, ਬੱਚੇ ਵੀ ਦੌੜ ਦੌੜ ਕੇ ਆਉਂਦੇ ਹਨ। ਅੰਜੁਲ ਭਰੈ ਖਾਕ ਕੋ ਪਾਵੇ। ਬੁੱਕ ਭਰ ਭਰ ਕੇ ਮਿੱਟੀ ਦੀ ਇਹਦੇ ਸਿਰ 'ਚ ਪਾਉਂਦੇ ਆ। ਇਹ ਭਰੂਆ ਗੁਰਦਰੋਹੀ ਮਹਾ। ਇਹ ਭਰੂਆ ਗੁਰਦਰੋਹੀ ਮਹਾ। ਗੱਜ ਕੇ ਆਖੋ ਵਾਹ। ਆਪਣੇ ਪੰਜਾਬੀ ਕਹਿੰਦੇ ਪੜੂਆ, ਗੱਜ ਕੇ ਆਖੋ। ਕਹਿੰਦੇ ਪੜੂਆ ਗੁਰੂ ਘਰ ਦਾ ਦਰੋਹੀ ਸੀਗਾ, ਨਿੰਦਕ ਸੀਗਾ। ਹਾਂਜੀ ਜਾਹੇ ਪਰਵਾਰਤ ਬਉਜਹਿ ਕਹਾਂ। ਜਿੱਧਰ ਜਾਂਦਾ ਲੋਕ ਘੇਰ ਲੈਂਦੇ, ਛਿੱਤਰ ਮਾਰਦੇ ਆ, ਮਿੱਟੀ ਪਾਉਂਦੇ ਆ। ਹਨਨ ਹਤਨ ਪਵਿੱਤਰ ਕਹਿ ਨਰ ਕੋਈ। ਇਹ ਗੁਰਦਰੋਹੀ ਦੋਖ ਨਾ ਕੋਈ। ਤੇ ਕਈ ਤੇ ਪਤਾ ਕੀ ਕਹਿੰਦੇ ਆ, ਉਹ ਭਾਈ ਚੰਦੂ ਨੂੰ ਜੁੱਤੀਆਂ ਮਾਰਨੀਆਂ ਵੀ ਸੇਵਾ ਹੀ ਹੈ। ਆਖੋ ਵਾਹਿਗੁਰੂ। ਕਹਿੰਦੇ ਇਹ ਵੀ ਸੇਵਾ ਹੀ ਹੈ, ਕੋਈ ਦੋਸ਼ ਨਹੀਂ ਲੱਗਦਾ, ਇਹ ਪਵਿੱਤਰ ਕੰਮ ਹੈ, ਇਹਨੂੰ ਜੁੱਤੀਆਂ ਮਾਰਨੀਆਂ। ਇਸ ਪ੍ਰਕਾਰ ਮਾਰਤ ਲੈ ਗਏ। ਇਸ ਤਰੀਕੇ ਨਾਲ ਮਾਰਦੇ ਮਾਰਦੇ ਲੈ ਕੇ ਜਾ ਰਹੇ ਹਨ। ਡੇਰੇ ਵਿਖੇ ਪਹੁੰਚਤ ਭਏ। ਤੇ ਮਜਨੂ ਦੇ ਟਿੱਲੇ ਪਹੁੰਚ ਗਏ ਜੀ, ਸਤਿਗੁਰੂ ਜੀ ਵੀ ਪਹੁੰਚ ਗਏ, ਤੇ ਦੁਸ਼ਟ ਚੰਦੂ ਨੂੰ ਜੁੱਤੀਆਂ ਪੈ ਰਹੀਆਂ, ਇਹ ਵੀ ਪਹੁੰਚ ਗਿਆ ਜੀ। ਕੋਈ ਨਹੀਂ ਬੇਲੀ ਬਣਿਆ, ਉੱਥੇ ਹੀ ਆਫਰ ਆਫਰ ਕੇ ਤੁਰਦਾ ਸੀ, ਇੱਕ ਵੀ ਬੰਦਾ ਬੇਲੀ ਨਹੀਂ ਬਣਿਆ। ਪਾਪ ਕਮਾਵੰਦਿਆਂ
ਤੇਰਾ ਕੋਇ ਨਾ ਬੇਲੀ ਰਾਮ, ਪਾਪ ਕਮਾਵੰਦਿਆ ਤੇਰਾ ਕੋਇ ਨਾ ਬੇਲੀ ਰਾਮ। ਕੀ ਪਾਪ ਕੀਤਾ? ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੀ ਦਿਹਾੜੀ ਉਬਲਦੇ ਪਾਣੀ 'ਚ ਬਿਠਾ ਰੱਖਿਆ ਜੀ, ਭੁੱਖੇ ਰੱਖਿਆ, ਪਿਆਸੇ ਰੱਖਿਆ, ਤਪਦੀ ਲੋਹ ਸੀਗੀ, ਉਹਦੇ ਤੇ ਸਤਿਗੁਰਾਂ ਨੂੰ ਬਿਠਾਇਆ ਜੀ। ਹੁਣ ਕੋਈ ਵੀ ਬੇਲੀ ਨਹੀਂ, ਜੁੱਤੀਆਂ ਪੈ ਰਹੀਆਂ, ਪਾਪ ਕਮਾਵੰਦਿਆ ਤੇਰਾ ਕੋਇ ਨਾ ਬੇਲੀ ਰਾਮ, ਪਾਪ ਕਮਾਵ ਤੇਰਾ ਕੋਇ ਨਾ ਬੇਲੀ ਰਾਮ। ਬੇਲੀ ਸ਼ਬਦ ਆਮ ਹੀ ਆਪਾਂ ਯਾਰ ਬੇਲੀ, ਦੋਸਤ ਮਿੱਤਰ ਸੱਜਣ। ਪਾਪ ਕਮਾਵੰਦਿਆ ਤੇਰਾ ਕੋਇ ਨਾ ਬੇਲੀ ਰਾਮ, ਪਾਪ ਕਮਾਵ ਤੇਰਾ ਕੋਇ ਨਾ ਬੇਲੀ ਰਾਮ। ਕੋਈ ਨਹੀਂ ਬੇਲੀ ਬਣਿਆ, ਉਹੋ ਹੀ ਦਿੱਲੇ, ਉਹੋ ਹੀ ਬੰਦੇ, ਉਹੋ ਹੀ ਬਾਦਸ਼ਾਹ ਦੇ ਨਾਲ ਦੇ ਬੰਦੇ ਜਦੋਂ ਸਮਾਂ ਆ ਗਿਆ ਜੀ। ਸੱਚੇ ਪਾਤਸ਼ਾਹ ਮਿਹਰ ਕਰਨ। ਅੱਗੋਂ ਕੀ ਬਣਦਾ ਇਸ ਦੁਸ਼ਟ ਦੇ ਨਾਲ ਕੱਲ ਨੂੰ ਸੁਣਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਵੇਰੇ ਫਤਿਹ। ਸਾਧ ਸੰਗਤ ਦੀ ਸੰਗਰਾਂਦ ਦਾ ਦਿਹਾੜਾ।